हाँ जी अजय सर, गुड मॉर्निंग सर, अनम्यूट करियो जी। हाँ जी मैम, गुड मॉर्निंग। हाँ जी गुड मॉर्निंग सर। हेलो। फर्स्ट स्लाइड शेयर कर दूंगा जी। हाँ मैम, कर देना, मैं 1 मिनट। जी जी जी। हो रही मैम शेयर? जी सर होगी जी। इन सिंगल स्लाइड से कर लूं, सिंगल। ठीक ठीक। ठीक है सर। ओके, ठीक है सर, मैं विद इन 2 मिनट स्टार्ट कर दे, मैं पार्टिसिपेंट इन करता तब तक जी। ठीक है मैम। जी सर स्टार्ट करिए। ठीक है मैम, ओके। Good morning, all of you. Today, I explain the topic laptop computer. First of all, मेरा नाम अजय कुमार, इंस्ट्रक्टर गवर्नमेंट ITI ਗੁਰਦਾਸਪੁਰ ਤੋਂ। ਤੇ ਅੱਜ ਅਸੀਂ ਟੌਪਿਕ ਪੜਾਂਗੇ ਲੈਪਟਾਪ ਕੰਪਿਊਟਰ। ਸਭ ਤੋਂ ਪਹਿਲੇ ਮੈਂ ਆਪਣੇ ਟੌਪਿਕ ਤੋਂ ਪਹਿਲਾਂ ਤੁਹਾਨੂੰ ਇੱਕ ਇੰਪੋਰਟੈਂਟ ਮਿਸ਼ਨ ਫਤਿਹ ਦੇ ਨਾਲ ਜੋੜਨਾ ਚਾਹੁੰਦਾ, ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਰੋਨਾ ਵਾਇਰਸ ਇੱਕ ਬਹੁਤ ਹੀ ਮਹਾਮਾਰੀ ਜੋ ਕਿ ਪੂਰੇ ਵਰਲਡ ਦੇ ਵਿੱਚ ਫੈਲੀ ਹੋਈ ਹੈ ਔਰ ਸਾਡੇ ਦੇਸ਼ ਦੇ ਵਿੱਚ ਵੀ ਕਾਫੀ ਨੁਕਸਾਨ ਕੀਤਾ ਇਸ ਬਿਮਾਰੀ ਨੇ। ਸੋ ਇਸ ਤੋਂ ਬਚਣ ਲਈ ਸਾਨੂੰ ਕੁਝ ਖਾਸ ਨਿਯਮ ਅਪਣਾਉਣੇ ਪੈਣਗੇ, ਜੋ ਕਿ ਇਸ ਸਲਾਈਡ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ 6 ਤਰੀਕਿਆਂ ਦੇ ਨਾਲ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਸਭ ਤੋਂ ਪਹਿਲਾਂ ਨੋ ਹੈਂਡ ਸ਼ੇਕਿੰਗ, ਬਾਰ-ਬਾਰ ਵਾਸ਼ ਹੈਂਡ ਕਰਾਂਗੇ, ਬਾਰ-ਬਾਰ ਹੱਥਾਂ ਨੂੰ ਧੋਵਾਂਗੇ 10-15 ਮਿੰਟ ਤੋਂ ਬਾਅਦ। ਯੂਜ਼ ਫੇਸ ਮਾਸਕ ਸਾਰੇ ਲਗਾਉਣਗੇ। ਜਦੋਂ ਵੀ ਕੋਈ ਪਬਲਿਕ ਪਲੇਸ ਤੇ ਜਾਂਦੇ ਆ, ਬਾਹਰ ਜਾਂਦੇ ਆ, ਆਪਣੇ ਘਰ ਤੋਂ ਬਾਹਰ ਨਿਕਲਦੇ ਆ ਤਾਂ ਫੇਸ ਮਾਸਕ ਬਹੁਤ ਹੀ ਲਾਜ਼ਮੀ ਆ। ਸੈਲਫ ਕੁਆਰੰਟਾਈਨ, ਉਸ ਕੇਸ ਦੇ ਵਿੱਚ ਜੇਕਰ ਕੋਈ ਬਾਹਰੋਂ ਦੂਸਰੇ ਸਟੇਟ ਤੋਂ ਆਂਦਾ ਤਾਂ ਸੈਲਫ ਕੁਆਰੰਟਾਈਨ ਕਰਨਾ ਚਾਹੀਦਾ ਉਹਨਾਂ ਨੂੰ। ਉਹਦੇ ਬਾਅਦ ਕੀਪ ਯੂਅਰ ਡਿਸਟੈਂਸ
ਸਾਨੂੰ ਡਿਸਟੈਂਸ ਰੱਖਣਾ ਚਾਹੀਦਾ। ਜਦੋਂ ਕਿਸੇ ਪਬਲਿਕ ਪਲੇਸ ਤੇ ਜਾਂਦੇ ਹਾਂ ਤਾਂ 1 ਤੋਂ 2 ਮੀਟਰ ਦੀ ਜਿਹੜੀ ਦੂਰੀ ਹੈ ਉਹ ਦੂਸਰੇ ਪਰਸਨ ਦੇ ਨਾਲ ਸਾਨੂੰ ਰੱਖਣੀ ਚਾਹੀਦੀ ਹੈ। ਉਹਦੇ ਬਾਅਦ ਅਵੋਇਡ ਕਰਾਊਡਡ ਪਲੇਸਿਸ, ਤੇ ਕਰਾਊਡਡ ਪਲੇਸਿਸ ਤੋਂ ਸਾਨੂੰ ਬਚਣਾ ਚਾਹੀਦਾ। ਸੋ ਸਾਰੇ ਜਣੇ ਮਿਸ਼ਨ ਫਤਿਹ ਦੇ ਨਾਲ ਜੁੜੋ, ਵੱਧ ਤੋਂ ਵੱਧ ਜੁੜੋ, ਇਸ ਐਪ ਨੂੰ ਇੰਸਟਾਲ ਕਰੋ, ਜੋ ਕਿ ਸਾਡੇ ਸਟੇਟ ਦੇ ਚੀਫ ਮਿਨਿਸਟਰ ਸਾਹਿਬ ਨੇ ਵੀ ਕਿਹਾ ਕਿ ਮਿਸ਼ਨ ਫਤਿਹ ਐਪ ਨੂੰ ਸਾਰੇ ਜਣੇ ਡਾਊਨਲੋਡ ਕਰੋ, ਤਾਂ ਕਿ ਸਾਨੂੰ ਹਰ ਨੌਲੇਜ ਮਿਲਦੀ ਰਹੇ, ਹਰ ਅਪਡੇਟ ਤੁਹਾਨੂੰ ਆਪਣੇ ਜ਼ਿਲ੍ਹੇ ਦਾ, ਆਪਣੇ ਇਲਾਕੇ ਦਾ ਮਿਲਦਾ ਰਹੇ ਕਿ ਕਿੰਨੇ ਮਰੀਜ਼ ਨੇ, ਕਿੰਨੇ ਮਰੀਜ਼ ਠੀਕ ਹੋ ਗਏ ਨੇ। ਸੋ ਸਾਰੇ ਜਾਣੇ ਪ੍ਰੋਟੈਕਟ ਕਰਕੇ ਰੱਖੋ ਆਪਣੇ ਆਪ ਨੂੰ ਕਰੋਨਾ ਵਾਇਰਸ ਦੇ ਨਾਲ। ਸੋ ਥੈਂਕ ਯੂ। ਨੈਕਸਟ ਅੱਜ ਦਾ ਜੋ ਟੌਪਿਕ ਹੈ ਸਾਡਾ ਬਹੁਤ ਹੀ ਇੰਟਰਸਟਿੰਗ ਟੌਪਿਕ ਹੈ, ਲੈਪਟਾਪ ਕੰਪਿਊਟਰ। ਲੈਪਟਾਪ ਕੰਪਿਊਟਰ ਸਾਰੇ ਤੁਸੀਂ ਸਮਝਦੇ ਹੋ, ਇੱਕ ਇੱਦਾਂ ਦਾ ਕੰਪਿਊਟਰ ਜਿਹੜਾ ਈਜ਼ੀਲੀ ਅਸੀਂ ਆਪਣੇ ਹੱਥ ਦੇ ਵਿੱਚ ਫੜ ਸਕਦੇ ਹਾਂ, ਈਜ਼ੀਲੀ ਕਿਤੇ ਵੀ ਅਸੀਂ ਉਹਨੂੰ ਕੈਰੀ ਕਰ ਸਕਦੇ ਹਾਂ, ਈਜ਼ੀਲੀ ਉਹਨੂੰ ਅਸੀਂ ਕੈਰੀ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ, ਜੋ ਕਿ ਦੂਸਰਾ ਕੰਪਿਊਟਰ ਜਾਂ ਡੈਸਕਟਾਪ ਕੰਪਿਊਟਰ ਨੂੰ ਅਸੀਂ ਨਹੀਂ ਕਰ ਸਕਦੇ। ਠੀਕ ਹੈ, ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕੈਰੀ ਕਰਨਾ ਕਾਫੀ ਮੁਸ਼ਕਿਲ ਹੈ ਡੈਸਕਟਾਪ ਕੰਪਿਊਟਰ ਨੂੰ। ਸੋ ਲੈਪਟਾਪ ਕੰਪਿਊਟਰ ਅੱਜ ਦੇ ਟਾਈਮ ਦੇ ਹਿਸਾਬ ਨਾਲ ਸਭ ਤੋਂ ਹੀ ਜ਼ਰੂਰੀ ਹੈ। ਲੈਪਟਾਪ ਨੂੰ ਅਸੀਂ ਨੋਟਬੁੱਕ ਕੰਪਿਊਟਰ ਵੀ ਕਹਿੰਦੇ ਹਾਂ, ਕਿਉਂਕਿ ਨੋਟਬੁੱਕ ਕੰਪਿਊਟਰ ਮੀਨਸ ਇੱਕ ਕਿਤਾਬ ਦੀ ਤਰ੍ਹਾਂ ਇਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਨੋਟਬੁੱਕ ਦੀ ਤਰ੍ਹਾਂ ਅਪੀਅਰੈਂਸ ਹੈ ਇਹਦੀ, ਸਮਾਲ ਸਾਈਜ਼ ਹੈ, पोर्टेबल पर्सनल कंप्यूटर है। पोर्टेबल यू मीन्स दैट you can carry one place to another place very easily with clamshell form factor, typically having thin LCD, ਜੋ ਕਿ ਲੈਪਟਾਪ ਇਦਾਂ ਦੀ ਡਿਵਾਈਸ ਹੈ ਜਿਹਦੇ ਵਿੱਚ ਤੁਸੀਂ ਇੱਕੋ ਡਿਵਾਈਸ ਦੇ ਅੰਦਰ ਸਾਡੇ ਡੈਸਕਟਾਪ ਕੰਪਿਊਟਰ ਦੇ ਸਾਰੇ ਕੰਮ ਇਹ ਕਰ ਸਕਦਾ ਹੈ। ਚਾਹੇ ਤੁਸੀਂ ਸਕਰੀਨ ਦੇਖਦੇ ਹੋ, ਚਾਹੇ ਤੁਸੀਂ ਸਾਊਂਡ ਸੁਣਦੇ ਹੋ, ਜਾਂ ਤੁਸੀਂ ਕੋਈ ਵੀ ਮੈਥਮੈਟੀਕਲ ਕੰਮ ਕਰਦੇ ਹੋ, ਠੀਕ ਹੈ, ਸਪੀਕਰ ਆਵਾਜ਼ ਸੁਣਦੇ ਹੋ, ਤਾਂ ਉਹ ਇੱਕ ਲੈਪਟਾਪ ਦੇ ਅੰਦਰ ਕੰਪਲੀਟਲੀ ਪੈਕੇਜ ਹੈ। ਤਾਂ ਕਰਕੇ ਲੈਪਟਾਪ ਕੰਪਿਊਟਰ ਨੂੰ ਅਸੀਂ ਕੰਪੈਕਟ ਡਿਵਾਈਸ ਕਹਿੰਦੇ ਹਾਂ, ਜਿਹਦੇ ਵਿੱਚ ਇੱਕੋ ਡਿਵਾਈਸ ਦੇ ਅੰਦਰ, ਇੱਕੋ ਕੈਬਨਿਟ ਦੇ ਅੰਦਰ ਸਾਨੂੰ ਸਾਰਾ ਕੁਝ ਮਿਲ ਜਾਂਦਾ। ਠੀਕ ਹੈ, ਸੋ ਇਹਦੀ ਸਭ ਤੋਂ ਪਹਿਲਾਂ ਤਾਂ LED ਜਾਂ LCD ਇਹਦੀ ਸਕਰੀਨ ਡਿਸਪਲੇ ਹੋਏਗੀ, mounted on the inside of the upper lid of the clamshell, and an alphanumeric keyboard means alphanumeric keyboards मतलब ਸਾਨੂੰ ਅਲੱਗ ਨਾਲ ਕੀਬੋਰਡ ਲਗਾਉਣ ਦੀ ਜ਼ਰੂਰਤ ਨਹੀਂ ਹੈ, ਇਹਦੇ ਨਾਲ ਹੀ ਸਾਡੇ ਕੋਲ ਕੀਬੋਰਡ ਹੁੰਦਾ ਹੈ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। The clamshell is opened up to use the computer. Laptop are folded shut for transportation. ਇਹਨੂੰ ਲੈਪਟਾਪ ਨੂੰ ਅਸੀਂ easily ਫੋਲਡ ਕਰ ਸਕਦੇ ਹਾਂ, ਅਸੀਂ ਈਜ਼ੀਲੀ ਇਹਨੂੰ ਸਾਈਜ਼ ਨੂੰ ਹੋਰ ਘਟਾ ਸਕਦੇ ਹਾਂ। ਠੀਕ ਹੈ, ਇੱਕ ਤੇ ਸਕਰੀਨ ਪਾਰਟ ਹੈ, ਦੂਸਰਾ ਕੀਬੋਰਡ ਪਾਰਟ ਹੈ। ਕੀਬੋਰਡ ਦੇ ਪਾਰਟ ਦੇ ਅੰਦਰ ਤੁਹਾਡੇ ਕੋਲ ਕੀਜ਼ ਹੈਗੀਆਂ, ਤੁਹਾਡੇ ਕੋਲ ਟੱਚ ਪੈਨਲ ਹੈ, ਟੱਚ ਪੈਡ ਹੈ, ਜਿਹਦੇ ਵਿੱਚ ਤੁਸੀਂ ਮਾਊਸ ਦਾ ਕੰਮ ਵੀ ਲੈਂਦੇ ਹੋ। ਫਿਰ ਮਾਊਸ ਦੇ ਨਾਲ ਕਲਿੱਕ, ਰਾਈਟ ਕਲਿੱਕ ਕਰਨਾ ਜਾਂ ਲੈਫਟ ਕਲਿੱਕ ਕਰਨਾ, ਉਹ ਸਾਰੇ ਆਪਸ਼ਨ ਤੁਸੀਂ ਇੱਕੋ ਡਿਵਾਈਸ ਦੇ ਅੰਦਰ ਪਾਉਂਦੇ ਹੋ, ਇਸ ਕਰਕੇ ਇਹਨੂੰ ਫੋਲਡ ਕਰ ਸਕਦੇ ਹਾਂ ਅਸੀਂ। ਠੀਕ ਹੈ, ਇਹਦੀ LED ਨੂੰ ਅਸੀਂ ਫੋਲਡ ਕਰਕੇ ਕੀਬੋਰਡ ਦੇ ਉੱਪਰ ਲਗਾ ਕੇ ਹੋਰ ਇਹਦੇ ਸਾਈਜ਼ ਨੂੰ ਕੰਪੈਕਟ ਕਰ ਦਿੰਦੇ ਹਾਂ, ਘਟਾ ਦਿੰਦੇ ਹਾਂ। ਠੀਕ ਹੈ, ਸੋ ਇਹਨੂੰ ਅਸੀਂ ਮੋਬਾਈਲ ਡਿਵਾਈਸ ਵੀ ਕਹਿੰਦੇ ਹਾਂ। ਠੀਕ ਹੈ, ਇਹਦੇ ਪਹਿਲੇ ਮੈਂ ਇੱਕ ਲੈਕਚਰ ਲਗਾਇਆ ਸੀ ਤੁਹਾਡਾ ਕੰਪਿਊਟਰ ਜਨਰੇਸ਼ਨਸ ਦਾ, ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੰਪਿਊਟਰ ਜਿਹੜੇ ਆ ਡਿਫਰੈਂਟ ਟਾਈਪਸ ਹੁੰਦੀਆਂ ਉਹਦੀਆਂ, ਕੰਪਿਊਟਰ ਦੀਆਂ PC ਦੀਆਂ ਡਿਫਰੈਂਟ ਟਾਈਪਸ ਹੁੰਦੀਆਂ। ਸੁਪਰ ਕੰਪਿਊਟਰ ਦੱਸਿਆ ਸੀ ਤੁਹਾਨੂੰ ਮੈਂ, ਠੀਕ ਹੈ, ਮੇਨ ਫਰੇਮ ਕੰਪਿਊਟਰ ਦੱਸਿਆ ਸੀ, ਤੀਸਰਾ ਤੁਹਾਨੂੰ PC ਦੱਸਿਆ ਸੀ, ਪਰਸਨਲ ਕੰਪਿਊਟਰ। ਠੀਕ ਹੈ, ਸੋ ਕੰਪਿਊਟਰ ਦੀਆਂ 3 ਟਾਈਪਸ। ਸੁਪਰ ਕੰਪਿਊਟਰ ਜਿਹੜੇ ਕਿ ਸਾਡੇ ਵੱਡੀਆਂ ਕੰਪਨੀਜ਼ ਸਾਇੰਟੀਫਿਕ ਪਰਪਸ ਲਈ ਯੂਜ਼ ਹੁੰਦੇ ਆ, ਜਿਹਦੇ ਵਿੱਚ ਸਾਨੂੰ ਬਹੁਤ ਡਾਟਾ ਨੂੰ ਬੜਾ ਸਿਕਿਉਰ ਰੱਖਣਾ ਹੁੰਦਾ। ਠੀਕ ਹੈ, ਬਹੁਤ ਜ਼ਿਆਦਾ ਡਿਮਾਂਡ ਹੈ ਜਿੱਦਾਂ ਡਾਟਾ ਦੀ, ਆਨਲਾਈਨ ਡਾਟਾ ਪ੍ਰੋਸੈਸਿੰਗ ਕਰਨੀ ਆ। ਠੀਕ ਹੈ, ਆਨਲਾਈਨ ਡਾਟਾ ਅਸੀਂ ਕਲਾਇੰਟ ਤੇ ਲੈ ਕੇ ਆਉਣਾ, ਫੈਚ ਕਰਨਾ ਡਾਟਾ, ਤਾਂ ਉਸ ਕੇਸ ਦੇ ਵਿੱਚ ਸੁਪਰ ਕੰਪਿਊਟਰ ਯੂਜ਼ ਹੁੰਦੇ ਸੀ, ਤੁਹਾਨੂੰ ਦੱਸਿਆ ਸੀ। ਤੇ ਮੇਨ ਫਰੇਮ ਕੰਪਿਊਟਰ ਵੀ ਵੱਡੇ ਵੱਡੇ ਆਰਗੇਨਾਈਜੇਸ਼ਨ ਜਿੱਦਾਂ HP ਵਗੈਰਾ, ਗੂਗਲਸ ਵਗੈਰਾ, ਯਾਹੂ, ਇਹ ਸਾਰੇ ਮੇਨ ਫਰੇਮ ਕੰਪਿਊਟਰ ਵੀ ਯੂਜ਼ ਕਰਦੇ ਆ। ਠੀਕ ਹੈ, ਲੇਕਿਨ ਉਹ ਬੜੇ ਕੋਸਟਲੀ ਕੰਪਿਊਟਰ ਸੀਗੇ, ਕਾਫੀ ਮਹਿੰਗੇ ਕੰਪਿਊਟਰ ਸੀ। ਠੀਕ ਹੈ, ਉਹਦੇ ਬਾਅਦ ਤੀਸਰੇ ਟਾਈਪ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ PC ਕੰਪਿਊਟਰ ਹੁੰਦੇ ਆ, ਪਰਸਨਲ ਕੰਪਿਊਟਰ, ਜਿਹਦੇ ਵਿੱਚ 2 ਟਾਈਪ ਸੀਗੀਆਂ PC ਕੰਪਿਊਟਰ ਦੇ ਵਿੱਚ, ਇੱਕ ਮੋਬਾਈਲ ਕੰਪਿਊਟਰ, ਦੂਸਰਾ ਹੈਂਡ ਹੈਲਡ ਡਿਵਾਈਸ। ਠੀਕ ਹੈ, ਮੋਬਾਈਲ ਕੰਪਿਊਟਰ ਨੂੰ ਅੱਜ ਮੈਂ ਐਕਸਪਲੇਨ ਕਰ ਰਿਹਾ। ਮੋਬਾਈਲ ਕੰਪਿਊਟਰ ਨੂੰ ਹੀ ਅਸੀਂ ਲੈਪਟਾਪ ਕੰਪਿਊਟਰ ਕਹਿੰਦੇ ਹਾਂ। ਠੀਕ ਹੈ, ਲੈਪਟਾਪ ਮਤਲਬ ਮੋਬਾਈਲ, ਮਤਲਬ ਜਿਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ। ਠੀਕ ਹੈ, ਸੋ ਤੀਸਰਾ ਜਿਹੜਾ ਹੈਂਡ ਹੈਲਡ ਡਿਵਾਈਸ, ਉਹ ਵੀ
ਉਹ ਲੈਪਟਾਪ ਤੋਂ ਵੀ ਛੋਟੇ ਕੰਪੈਕਟ ਸਾਈਜ਼ ਦੀ ਹੋਏਗੀ, ਜਿਵੇਂ ਕਿ ਸਾਡਾ ਮੋਬਾਈਲ ਫੋਨ, ਠੀਕ ਹੈ। ਪਰ ਉਹਦੇ ਤੋਂ ਪਹਿਲੇ ਅਸੀਂ ਲੈਪਟਾਪ ਦੀ ਗੱਲ ਕਰਦੇ ਹਾਂ ਅੱਜ, ਠੀਕ ਹੈ। ਸੋ ਲੈਪਟਾਪ ਇੱਕ ਵਰਡ ਹੈ ਜਿਹੜਾ ਕਿ ਸ਼ਬਦ ਤੋਂ ਬਣਿਆ ਲੈਪ। ਲੈਪ ਸ਼ਬਦ ਜਿਹੜਾ ਸਾਡਾ ਹੈਂਡ ਹੈ, ਸਾਡਾ ਜਿਹੜਾ ਪੋਸਚਰ ਹੈ, ਸਾਹਮਣੇ ਵਾਲਾ ਪੋਰਸ਼ਨ ਜਿਹੜਾ ਹੈਂਡ ਦੇ ਅੱਗੇ ਵਾਲਾ ਪੋਰਸ਼ਨ ਹੈ, ਠੀਕ ਹੈ। ਹੀਪ ਤੇ ਸਾਡੇ ਹੈਂਡ ਦੇ ਵਿੱਚ ਵਾਲਾ ਜਿਹੜਾ ਪੋਰਸ਼ਨ ਹੈ ਉਹ ਲੈਪ ਹੈ, ਠੀਕ ਹੈ। ਉਸ ਲੈਪ ਦੇ ਵਿੱਚ ਕਹਿੰਦਾ ਜਿਸ ਡਿਵਾਈਸ ਨੂੰ ਅਸੀਂ ਈਜ਼ੀਲੀ ਸਟੈਂਡ ਹੋਲਡ ਕਰਕੇ ਰੱਖ ਸਕਦੇ ਹਾਂ ਔਰ ਈਜ਼ੀਲੀ ਉਹਨੂੰ ਦੇਖ ਸਕਦੇ ਹਾਂ, ਉਹਦੀ ਡਿਸਪਲੇ ਦੇਖ ਸਕਦੇ ਹਾਂ, ਠੀਕ ਹੈ, ਔਰ ਕੰਫਰਟੇਬਲੀ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਉਹਨੂੰ ਅਸੀਂ ਲੈਪਟਾਪ ਕਹਿ ਦਿੰਦੇ ਹਾਂ, ਠੀਕ ਹੈ। ਸੋ ਯਾਦ ਰੱਖਿਓ ਲੈਪ ਵਰਡ ਤੋਂ ਸਾਡਾ ਲੈਪਟਾਪ ਵਰਡ ਬਣਿਆ ਹੋਇਆ। as it was deemed to be placed on a person lap when being used, okay. Laptop combines and the input output component and capability of a desktop computer. So ਗੱਲ ਕਰਦੇ ਹਾਂ ਕਿ ਲੈਪਟਾਪ ਕੰਪਿਊਟਰ ਦੇ ਵਿੱਚ ਕਿਹੜੀਆਂ ਕੈਪੇਬਿਲਿਟੀਜ਼ ਹੈ। ਕਾਫੀ ਕੈਪੇਬਿਲਿਟੀਜ਼ ਡੈਸਕਟਾਪ ਦੇ ਬਰਾਬਰ ਹੈ। ਡੈਸਕਟਾਪ ਜੋ ਕੰਮ ਕਰਦਾ ਉਹ ਸਾਰੇ ਕੰਮ ਸਾਡਾ ਲੈਪਟਾਪ ਕਰ ਸਕਦਾ, ਠੀਕ ਹੈ, ਬਟ ਕੰਪੈਕਟ ਸਾਈਜ਼ ਦੇ ਵਿੱਚ, ਸਾਈਜ਼ ਛੋਟਾ ਕਰਤਾ। ਜੇ ਪ੍ਰੋਸੈਸਰ ਮੰਨ ਲਓ ਉਧਰ ਥੋੜਾ ਵੱਡੇ ਸਾਈਜ਼ ਦਾ ਸੀਗਾ, ਉਸ ਪ੍ਰੋਸੈਸਰ ਨੂੰ ਛੋਟੇ ਸਾਈਜ਼ ਦਾ ਬਣਾਤਾ। ਜੇ ਮੈਮੋਰੀ ਉਧਰ ਵੱਡੇ ਸਾਈਜ਼ ਦੀ ਸੀਗੀ ਤੇ ਮੈਂ ਸਪੀਕਰ ਨੂੰ ਛੋਟਾ ਕਰਤਾ, ਮਾਈਕ੍ਰੋਫੋਨ ਲਗਾਤਾ। ਹਰ ਜੋ ਡੈਸਕਟਾਪ ਕਰਦਾ ਸੀ ਬਲਕਿ ਡੈਸਕਟਾਪ ਤੋਂ ਕਈ ਗੁਣਾ ਜ਼ਿਆਦਾ ਕੈਪੇਬਿਲਿਟੀ ਸਾਡਾ ਲੈਪਟਾਪ ਕਰਦਾ ਪਿਆ, ਠੀਕ ਹੈ। So laptop combine all the input output component and capability of desktop computer, including the display screen, speaker, keyboard, data storage device, sometimes an optical disk drive, ठीक है। input devices हो गई जिदा कि keyboard, mouse already ਇਹਦੇ ਵਿੱਚ ਲੱਗਿਆ ਹੋਇਆ, keyboard ਲੱਗਿਆ ਹੋਇਆ, ਠੀਕ ਹੈ। ਮਾਊਸ ਐਜ਼ ਏ ਟੱਚ ਪੈਡ ਸਾਡੇ ਕੋਲ ਹੈਗਾ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਸਾਨੂੰ ਮਾਊਸ ਐਕਸਟਰਾ ਲਗਾਉਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਕੀਬੋਰਡ ਵੀ ਸਾਨੂੰ ਐਕਸਟਰਾ ਲਗਾਉਣ ਦੀ ਜ਼ਰੂਰਤ ਨਹੀਂ ਹੈ। ਸਪੀਕਰ ਸਾਨੂੰ ਡੈਸਕਟਾਪ ਕੰਪਿਊਟਰ ਹੋਏਗਾ ਤੇ ਸਾਨੂੰ ਕੀ ਕਰਨਾ ਪਏਗਾ, ਸਾਨੂੰ ਇੱਕ ਸਪੀਕਰ ਅਲੱਗ ਤੋਂ ਬੂਫਰ ਲੈਣਾ ਪਏਗਾ, ਸਪੀਕਰ ਲੈਣਾ ਪਏਗਾ ਜਿਹਨੂੰ ਅਸੀਂ ਅਟੈਚ ਕਰਕੇ ਉਹਦੀ ਕੈਪੇਬਿਲਿਟੀ ਨੂੰ ਯੂਜ਼ ਕਰ ਸਕਦੇ ਹਾਂ। ਬਟ ਲੈਪਟਾਪ ਦੇ ਅੰਦਰ ਇਹ ਸਾਰਾ ਕੁਝ ਸਾਨੂੰ ਅਸੀਂ ਇੱਕੋ ਡਿਵਾਈਸ ਦੇ ਅੰਦਰ ਯੂਜ਼ ਕਰਦੇ ਹਾਂ। ਸਟੋਰੇਜ ਡਿਵਾਈਸ ਕਿਹੜੀ ਹੈ, ਹਾਰਡ ਡਿਸਕ। ਹਾਰਡ ਡਿਸਕ ਦੇ ਅੰਦਰ ਆਲਰੇਡੀ ਹੈਗੀ ਹੈ, ਠੀਕ ਹੈ। ਉਹਦੀ ਸਟੋਰੇਜ ਕੈਪੇਬਿਲਿਟੀ ਡਿਪੈਂਡ ਕਰਦੀ ਹੈ ਕਿ ਤੁਸੀਂ ਕਿੱਦਾਂ ਦਾ ਲੈਪਟਾਪ ਲਿਆ, ਠੀਕ ਹੈ। ਤੁਸੀਂ 1 GB 2 GB ਤੋਂ ਲੈ ਕੇ ਤੁਸੀਂ 1 TB, ਠੀਕ ਹੈ, ਟੈਰਾਬਾਈਟ ਤੱਕ ਤੁਸੀਂ ਜਿਹੜੀ ਹਾਰਡ ਡਿਸਕ ਦੀ ਕੈਪੇਬਿਲਿਟੀ ਨੂੰ ਵਧਾ ਸਕਦੇ ਹੋ, ਠੀਕ ਹੈ। ਆਪਟੀਕਲ ਡਿਸਕ, ਆਪਟੀਕਲ ਡਿਸਕ ਮਤਲਬ ਕਿ ਤੁਸੀਂ DVD ਰਾਈਟਰ ਜਾਂ CD ਰਾਈਟਰ ਵੀ ਤੁਸੀਂ ਲਗਾ ਸਕਦੇ ਹੋ, ਠੀਕ ਹੈ। ਮਤਲਬ ਲਗਾਉਣ ਦਾ ਮਤਲਬ ਸਾਡੇ ਲੈਪਟਾਪ ਦੇ ਅੰਦਰ ਆਲਰੇਡੀ ਆਪਟੀਕਲ ਡਿਸਕ ਦਾ ਆਪਸ਼ਨ ਬਣਿਆ, ਠੀਕ ਹੈ। ਉਹ ਵੀ ਅਸੀਂ ਯੂਜ਼ ਕਰਦੇ ਹਾਂ, ਅਸੀਂ ਲੈਪਟਾਪ ਦੇ ਅੰਦਰ ਆਰਾਮ ਨਾਲ ਯੂਜ਼ ਕਰ ਸਕਦੇ ਹਾਂ। ਆਪਰੇਟਿੰਗ ਸਿਸਟਮ, every device, every computer when we use that compulsory it makes operating system. operating system ਤੇ ਬਿਨਾ ਸਾਡਾ ਕੰਪਿਊਟਰ ਕੰਮ ਨਹੀਂ ਕਰ ਸਕਦਾ, ਠੀਕ ਹੈ। ਉਹਦੇ ਅੰਦਰ ਆਪਰੇਟਿੰਗ ਸਿਸਟਮ ਹੋਣਾ ਬਹੁਤ ਲਾਜ਼ਮੀ ਹੈ, ਠੀਕ ਹੈ। ਇਸ ਕਰਕੇ ਇਹਦੇ ਅੰਦਰ ਲੈਪਟਾਪ ਦੇ ਅੰਦਰ ਅਸੀਂ ਕੋਈ ਵੀ ਆਪਰੇਟਿੰਗ ਸਿਸਟਮ ਯੂਜ਼ ਕਰ ਸਕਦੇ ਹਾਂ, DOS ਤੋਂ ਲੈ ਕੇ Windows 10 ਤੱਕ, ਠੀਕ ਹੈ। ਸੋ ਲੈਪਟਾਪ ਫੀਚਰ ਇੰਟੀਗ੍ਰੇਟਡ। ਹੁਣ ਹੋਰ ਅਸੀਂ ਅੱਗੇ ਵਧੀਏ ਤੇ ਲੈਪਟਾਪ ਦੇ ਅੰਦਰ ਕੁਝ ਇਦਾਂ ਦੇ ਫੀਚਰ ਹੈ ਜਿਹੜੇ ਡੈਸਕਟਾਪ ਦੇ ਵਿੱਚ ਨਹੀਂ ਹੈ। ਉਹਦੇ ਵਿੱਚ ਐਕਸਟਰਾ ਸਾਨੂੰ ਡਿਵਾਈਸਿਸ ਯੂਜ਼ ਕਰਨੀਆਂ ਪੈਣਗੀਆਂ, ਐਕਸਟਰਾ ਹਾਰਡਵੇਅਰ ਸਾਨੂੰ ਅਟੈਚ ਕਰਨੇ ਪੈਣਗੇ, ਬਟ ਸਾਡੇ ਲੈਪਟਾਪ ਦੇ ਅੰਦਰ ਆਲਰੇਡੀ ਇਹ ਡਿਵਾਈਸਿਸ ਹੈਗੀਆਂ ਔਰ ਕੰਪੈਕਟ ਸਾਈਜ਼ ਦੇ ਵਿੱਚ ਹੈ, ਜਿਵੇਂ ਕਿ ਵੈਬਕੈਮ, ਠੀਕ ਹੈ। ਵੈਬਕੈਮ ਅੱਜ ਮੈਂ ਤੁਹਾਡੇ ਨਾਲ ਲੈਕਚਰ ਲਾ ਰਿਹਾ, ਠੀਕ ਹੈ। ਤੁਸੀਂ ਮੈਨੂੰ ਦੇਖ ਰਹੇ ਹੋ ਤਾਂ ਇਹ ਕਿਹਦੇ ਬਦੌਲਤ ਦੇਖ ਰਹੇ ਹੋ, ਵੈਬਕੈਮ ਦੀ ਬਦੌਲਤ। ਮੈਂ ਕੋਈ ਐਕਸਟਰਾ ਹਾਰਡਵੇਅਰ ਯੂਜ਼ ਨਹੀਂ ਕਰਦਾ ਪਿਆ, ਮੈਂ ਵੈਬਕੈਮ ਯੂਜ਼ ਕਰਦਾ ਪਿਆ, ਠੀਕ ਹੈ। ਵੈਬਕੈਮ ਦੇ ਨਾਲ ਈਜ਼ੀਲੀ ਤੁਸੀਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ, ਮੇਰੀ ਫੋਟੋਜ਼ ਨੂੰ ਦੇਖ ਰਹੇ ਹੋ, ਠੀਕ ਹੈ। ਉਹਦੇ ਬਾਅਦ ਤੁਸੀਂ ਮਾਈਕ੍ਰੋਫੋਨ ਵੀ, ਸਾਡੇ ਲੈਪਟਾਪ ਦੇ ਅੰਦਰ ਮਾਈਕ੍ਰੋਫੋਨ ਦੀ ਵੀ ਆਪਸ਼ਨਸ ਹੈਗੀ ਹੈ। ਜੇ ਮੈਂ ਹੈਡਫੋਨ ਨੂੰ ਉਤਾਰ ਦੇਵਾਂ ਤੇ ਮੈਂ ਤੁਹਾਡੇ ਨਾਲ ਮਾਈਕ੍ਰੋਫੋਨ ਨਾਲ ਗੱਲ ਕਰ ਸਕਦਾ, ਠੀਕ ਹੈ। ਸਾਡੇ ਲੈਪਟਾਪ ਦੇ ਅੰਦਰ ਮਾਈਕ੍ਰੋਫੋਨ ਆਲਰੇਡੀ ਹਾਰਡਵੇਅਰ ਹੈਗਾ, ਠੀਕ ਹੈ। ਸੋ ਲੈਪਟਾਪ ਇਟ ਇਜ਼ ਅ ਕੰਪੈਕਟ, ਬਾਰ-ਬਾਰ ਕਹਿ ਰਿਹਾ ਮੈਂ ਸ਼ਬਦ, ਵਾਈਲ ਮੈਨੀ ਆਲਸੋ ਹੈਵ ਟੱਚ ਸਕਰੀਨ। ਔਰ ਕੁਝ ਇਦਾਂ ਦੇ ਵੀ ਲੈਪਟਾਪ ਅੱਜ ਦੀ ਮਾਰਕੀਟ 'ਚ ਆ ਗਏ ਹੈ ਜਿਹਦੀ ਸਕਰੀਨ ਨੂੰ ਟੱਚ ਵੀ ਕਰ ਸਕਦੇ ਹਾਂ ਆਪਾਂ। ਸੋ ਜਿੱਦਾਂ ਤੁਸੀਂ ATM ਤੇ ਜਾਂਦੇ ਹੋ, ਤੁਸੀਂ ਟੱਚ ਸਕਰੀਨ ATM ਯੂਜ਼ ਕਰਦੇ ਹੋ, ਠੀਕ ਹੈ। ਉੱਥੇ ਆਪਸ਼ਨ ਤੁਸੀਂ ਕਲਿੱਕ ਕਰਦੇ ਹੋ, ਠੀਕ ਹੈ, ਪੈਸੇ
ਤੁਸੀਂ ਡਿਪੋਜ਼ਿਟ ਕਰਨੇ ਆ, ਉਵੇਂ ਹੀ ਤੁਸੀਂ ਲੈਪਟਾਪ ਨੂੰ ਟੱਚ ਕਰਕੇ ਵੀ ਚਲਾ ਸਕਦੇ ਹੋ। ਸੋ ਦੇਖੋ ਕਿੰਨੇ ਵਧੀਆ ਆਪਸ਼ਨ ਹੈ ਲੈਪਟਾਪ ਦੇ ਅੰਦਰ। ਲੈਪਟਾਪ ਕੈਨ ਬੀ ਪਾਵਰਡ ਆਈਦਰ ਫਰੋਮ ਐਨ ਇੰਟਰਨਲ ਬੈਟਰੀ ਔਰ ਬਾय ਐਨ ਐਕਸਟਰਨਲ ਪਾਵਰ। ਹੋਰ ਅੱਗੇ ਅਸੀਂ ਵਧੀਆ ਲੈਪਟਾਪ ਦੇ ਬਾਰੇ ਐਕਸਪਲੇਨ ਕਰੀਏ ਤਾਂ ਇੱਕ ਬਹੁਤ ਹੀ ਜ਼ਰੂਰੀ ਫੀਚਰ ਜਿਹੜਾ ਕਿ ਡੈਸਕਟਾਪ ਕੰਪਿਊਟਰ ਦੇ ਅੰਦਰ ਨਹੀਂ ਹੈ, ਠੀਕ ਹੈ, ਕਿਹੜਾ ਫੀਚਰ? ਪਾਵਰ ਸਪਲਾਈ, बैटरी, ठीक है। सो बैटरी बैकअप बहुत ही जरूरी है, क्योंकि मान लो हुणे लाइट चल जाती है, ठीक है, तो मेरी वीडियो कट्टी जाएगी, है ना, बंद हो जाएगा, मैं तुहाडे नाल गल नहीं कर सकता जेकर मैं ओहदा बैकअप नहीं रखिया है। सो लैपटॉप की सब तो इंपॉर्टेंट चीज़ यही है कि ओहदे अंदर एक बैटरी है लगी हुई, ठीक है, असी बैटरी बैकअप रखिया है ओहदा। सो बैटरी दे नाल की करदे आ कि कोई भी पावर इंटरप्ट नहीं हो सकता, सानू यूपीएस की जरूरत नहीं है। जिवें कि डेस्कटॉप के अंदर तुसी यूपीएस लगांदे हो, अनइंटरप्टेड पावर सप्लाई, यूपीएस के नाल आपां की करदे आ कि कुछ देर दे लई बैकअप रहिंदा है, कुछ देर के लिए, हो सकता 15 मिनट लिए, 20 मिनट लिए, लेकिन तुहाडा जिहड़ा लैपटॉप है, लैपटॉप हो सकता 2 घंटे 3 घंटे या 10 घंटे भी लैपटॉप का जिहड़ा बैकअप है वो रहिंदा है, ठीक है। इस करके इहदी जिहड़ी बैटरी है वो इहदा एक बहुत ही जरूरी ऑप्शन है, ठीक है। सो एक्सटर्नल पावर सप्लाई, इहदे अंदर एक अडैप्टर है, एसी अडैप्टर। तुसी बैटरी तो यूज करते पे हो, पर ਉਹਦੇ ਨਾਲ ਤੁਸੀਂ अपना अडैप्टर लगा के, एसी अडैप्टर लगा के डायरैक्ट पावर सप्लाई ਨੂੰ भी यूज कर सकते हो, ठीक है। या फिर ਤੁਸੀਂ बैटरी ਨੂੰ ਜਦੋਂ चार्ज करना ਉਦੋਂ ਤੁਸੀਂ एसी अडैप्टर लगा के ਤੁਸੀਂ बैटरी ਨੂੰ चार्ज कर सकते हो। ਇਹ भी एक फंक्शनैलिटी ਸਾਡੇ लैपटॉप ਦੇ अंदर हैगी है। So hardware specifications such as processor speed and memory capacity significantly vary between different types, makes, models and price points, ठीक है। So साडे अज दे टाइम दे विच साडे कोल लैपटॉप कई वैराइटीज दा आ गया, ठीक है। कुछ कईयां दी स्पीड बहुत ज़्यादा, प्रोसैसर बहुत सही है, i5 प्रोसैसर, i7 प्रोसैसर, ठीक है। कुछ दे मैमोरी कैपेसिटी बहुत ज़्यादा है, 8 GB 16 GB तक मैमोरी हैगी है, ਜਿਹੜੇ कि बहुत तेज काम करते हैं। मल्टीपल एप्लीकेशंस ਨੂੰ ਅਸੀਂ ਮੌਕੇ ਤੇ ਦੇਖ ਸਕਦੇ ਹਾਂ, ਮਲਟੀਟਾਸਕਿੰਗ, ठीक है, मल्टी शेयरिंग ऑपरेटिंग सिस्टम ਅਸੀਂ यूज़ कर सकते हैं, मल्टीपल डिवाइसिस ਨੂੰ इंस्टॉल कर सकते हैं अंदर, हार्डवेयर डिवाइसिस, प्रिंटर्स, स्कैनर्स वगैरह ਅਸੀਂ लगा सकते हैं, ठीक है, जिन्नी ज़्यादा मैमोरी होएगी। सो कई तरह के मॉडल्स है ਜਿਹੜੇ कि प्राइस ਦੇ ਨਾਲ, प्राइस जिन्ना ज़्यादा खर्चांगे उन्ना वधिया लैपटॉप सानू मिलेगा, ठीक है। नैक्सट कुछ कंपनीज की गल करते हैं, जिमें कि कंपनीज सच एज इंटल, AMD, ट्रांसमीटा एंड एनविड, ये कुछ नाम है जिन्होंने अपने लैपटॉप नू सब तो पहला बनाया, ठीक है। सो मेकिंग लैपटॉप ए हाइप एंड रियलिटी, ओदा एक रूप दिता उन्होंने। इंटल एंड AMD हैव ब्राउट आउट टेक्नोलॉजी सच एज स्पीड, स्टैप टू प्रिजर्व बैटरी पावर इन लैपटॉप। सो इन्होंने की किया कि एक इदा की टैक्नोलॉजी तैयार की, AMD बेसिकली USA की कंपनी है, ठीक है, अमेरिका की कंपनी है जी कि प्रोसैसर बनाती है, ठीक है। सो प्रोसैसर बनाने लई मनी गई कंपनी है, ठीक है। इन्हें की किया कि बैटरीज वगैरह यूज करके एक कंप्यूटर तैयार किया, जड़ा कि थले फोटो बनाई है, फोटो जो सिंपल मोबाइल लैपटॉप आया वो इदां दा सीगा, सिंपल, जिहदे विच असीं बैटरी का ऑप्शन दिता, ठीक है। इफ यू आर ऑन द मूव ऑन ऑल द टाइम, you probably need a laptop that can do all the things that you will not be able to do, all the things that you will not only able you to create documents, spreadsheets and presentation। गल करते हैं कि साडे जिहड़े पहले कंप्यूटर सीगे वो सिर्फ और सिर्फ डॉक्यूमेंट तैयार करते सी, स्प्रैडशीट तैयार करते सी, ठीक है, कोई गेम खेल सकते सी, ठीक है, गाने सुन सकते सी, पर ਉਹਦੇ ਵਿੱਚ ਅਸੀਂ ਨੈਟ ਯੂਜ਼ ਨਹੀਂ ਕਰ ਸਕਦੇ ਸੀ ਡਾਇਰੈਕਟ। ਨੈਟ ਯੂਜ਼ ਕਰਨ ਦੇ ਲਈ ਸਾਨੂੰ ਕੀ ਕਰਨਾ ਪੈਂਦਾ ਸੀ, ਮੋਡਮਸ ਨਾਲ ਲਗਾ ਕੇ ਸਾਨੂੰ ਕੋਈ ਡਿਵਾਈਸ ਲਗਾਣੀ ਪੈਂਦੀ ਸੀ, ਠੀਕ ਹੈ, ਸਾਨੂੰ ਕੋਈ ਹਾਰਡਵੇਅਰ ਡਿਵਾਈਸ ਲਗਾਣੀ ਪੈਂਦੀ ਸੀ, ਹੌਟਸਪੌਟ ਲਗਾਉਣਾ ਪੈਂਦਾ ਸੀ, ਤਾਂ ਜਾ ਕੇ ਅਸੀਂ ਮੋਬਾਈਲ ਯੂਜ਼, ਇੰਟਰਨੈਟ ਯੂਜ਼ ਕਰ ਸਕਦੇ ਸੀ। ਬਟ ਮੋਬਾਈਲ ਦੇ ਅੰਦਰ, ਮੋਬਾਈਲ ਦੇ ਲੈਪਟਾਪ ਦੇ ਅੰਦਰ ਅਸੀਂ ऑनलाइन इंटरनेट यूज़ कर सकते हैं, इंटरनेट नू असी यूज़ कर सकते हैं ईजीली, ठीक है, बिना किसी एक्सटर्नल डिवाइस के, क्योंकि ये अंदर वाईफाई है, ठीक है। हॉटस्पॉट ये अंदर ऑलरेडी हैगा, इनू हॉटस्पॉट भी बना सकते हो, इनू वाईफाई नू यूज़ करके तुसी किसी का नैट भी यूज़ कर सकते हो, ठीक है।
ਇਹਦੇ ਵਿੱਚ ਕੋਈ ਐਕਸਟਰਾ ਐਕਸਟਰਨਲ ਡਿਵਾਈਸ ਲਗਾਉਣ ਦੀ ਜ਼ਰੂਰਤ ਨਹੀਂ ਹੈ। ਪਲੇ ਮਿਊਜ਼ਿਕ ਕਰ ਸਕਦੇ ਹੋ, ਸੀਡੀਜ਼ ਵਗੈਰਾ ਤੁਸੀਂ ਚਲਾ ਸਕਦੇ ਹੋ, ਠੀਕ ਹੈ, DVD ਚਲਾ ਸਕਦੇ ਹੋ। So many more functionalities in laptop. You need laptop that is also sturdy enough to take the bumps and joints in its stride while you are on the move. ਅੱਗੇ ਗੱਲ ਕਰੀਏ, if on other hand you want to laptop for basic task and primarily for the mobility so that your work does not get held up on the occasions that you need to travel। ਸਭ ਤੋਂ ਜ਼ਰੂਰੀ ਜਦੋਂ ਤੁਸੀਂ ਟਰੈਵਲ ਕਰਦੇ ਹੋ, ਸੋ ਇੱਕ ਜਿਹੜਾ ਸਟੂਡੈਂਟ ਹੈ ਉਹਨੂੰ ਸਟੱਡੀ ਦੇ ਲਈ ਕਿਤੇ ਵੀ ਜਾਣਾ ਪੈ ਸਕਦਾ, ਉਹ ਡੈਸਕਟਾਪ ਨੂੰ ਕੈਰੀ ਨਹੀਂ ਕਰ ਸਕਦਾ, ਠੀਕ ਹੈ ਨਾ। ਸੋ ਟਰੈਵਲ ਦੇ ਲਈ ਬਹੁਤ ਕਹਿੰਦਾ ਬਹੁਤ ਜ਼ਰੂਰੀ ਹੈ, ਬਹੁਤ ਬੜਾ ਫਾਇਦੇਮੰਦ ਹੈ। would not necessarily to need the best in terms of choice and power of its individual subsystem। ਸੋ ਪਾਵਰ ਇਹਦੀ always ਪਾਵਰ ਜਿਹੜੀ ਹੈ ਬੈਕਅਪ ਹੈਗੀ ਹੈ, ਕਿਸੇ ਵੀ ਟਾਈਮ ਲਾਈਟ ਚੱਲ ਜਾਂਦੀ ਹੈ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। therefore if the CD-ROM drive floppy drive is not integrated into the main unit but it's supplied as an additional peripherals, the frequent traveler 1975 ਤੇ 2020 ਦੇ ਵਿੱਚ ਅਸੀਂ ਦੇਖਦੇ ਪਏ ਹਾਂ। 1975 ਚ ਜਦੋਂ ਸਭ ਤੋਂ ਪਹਿਲਾਂ ਲੈਪਟਾਪ ਬਣਿਆ ਤਾਂ ਉਸ ਟਾਈਮ ਤੇ ਕਿੱਦਾਂ ਦਾ ਸੀਗਾ। ਸਿੰਪਲ ਉਹਦੇ ਵਿੱਚ ਇੱਕ ਸਕਰੀਨ ਸੀ, ਛੋਟੀ ਜਿਹੀ ਸਕਰੀਨ ਜਿੱਦਾਂ ਮੋਬਾਈਲ ਦੀ ਸਕਰੀਨ ਹੁੰਦੀ ਹੈ, ਠੀਕ ਹੈ। ਇਹ ਸਕਰੀਨ ਸਿੰਪਲ ਡਿਸਪਲੇ CRT ਟਾਈਪ ਵੀ ਹੋ ਸਕਦੀ ਹੈ, ਠੀਕ ਹੈ। ਉਹਦੇ ਬਾਅਦ ਕੀਬੋਰਡ ਦੇਖੋ ਤੁਸੀਂ ਕਿੰਨੇ ਹਾਰਡ, ਜਿਹਦਾ ਟਾਈਪਰਾਈਟਰ ਕੀਬੋਰਡ ਹੁੰਦਾ ਉਦਾਂ ਦਾ ਇੱਕ ਕੀਬੋਰਡ ਹੈ, ਠੀਕ ਹੈ। ਉਹਦੇ ਬਾਅਦ ਸਪੀਕਰਸ ਵੀ ਇਹਦੇ ਸਾਈਡ 'ਚ ਹੋਣਗੇ, ਠੀਕ ਹੈ। ਔਰ 2020 ਦਾ ਲੈਪਟਾਪ ਦੇਖੋ ਤੁਸੀਂ ਕਿੱਦਾਂ ਦਾ, ਸੈਂਸਰ ਬੇਸਡ ਹੋ ਗਿਆ। ਇਹਦੀਆਂ ਜਿਹੜੀਆਂ ਕੀਜ਼ ਹੈ ਇਹ ਵੀ ਤੁਸੀਂ ਦੇਖੋ ਕਿ ਪੂਰੀਆਂ ਸੈਂਸਰਡ ਬੇਸਡ ਹੋ ਗਈਆਂ। ਸੋ ਇਹ ਚੇਂਜਸ ਜਿਹੜੀਆਂ 1975 ਤੋਂ 2020 ਦੇ ਵਿੱਚ ਆਈਆਂ, ਉਹਦੇ ਬਾਰੇ ਥੋੜੀ ਗੱਲ ਕਰ ਲਈਏ, ਹਿਸਟਰੀ ਦੇ ਬਾਰੇ ਇਹਦੀ ਗੱਲ ਕਰ ਲਈਏ ਕਿ ਲੈਪਟਾਪ 1975 ਤੋਂ ਸਟਾਰਟ ਹੋਇਆ, ਮਤਲਬ 70 ਤੋਂ ਇਹਦਾ ਸ਼ੁਰੂ ਹੋ ਗਿਆ, 75 80 90 ਦੇ ਗੇੜ ਦੇ ਵਿੱਚ ਲੈਪਟਾਪ ਅੱਗੇ ਫਿਰ ਵੱਧਦਾ ਗਿਆ ਹੌਲੀ ਹੌਲੀ। ਸੋ ਐਲਨ ਕੇ ਆਫ ਜ਼ੀਰੋਕਸ ਪੈਲੀਓ ਆਲਟੋ ਰਿਸਰਚ ਸੈਂਟਰ, ਇਹ ਸੀਗਾ ਐਲਨ ਕੇ ਜ਼ੀਰੋਕਸ ਸੈਂਟਰ, ਠੀਕ ਹੈ, ਜਿਨੇ ਕਿ ਓਰੀਜਨੇਟ ਸਭ ਤੋਂ ਪਹਿਲਾਂ ਇੱਕ ਪੋਰਟੇਬਲ ਕੰਪਿਊਟਰ ਤਿਆਰ ਕਰਨ ਦਾ ਇੱਕ ਆਈਡੀਆ ਬਣਾਇਆ 1970 ਦੇ ਵਿੱਚ, ਠੀਕ ਹੈ। 1970 ਵਿੱਚ ਸਿਰਫ ਉਹਦਾ ਇੱਕ ਆਈਡੀਆ ਸੀਗਾ ਜਿਹੜਾ ਕਿ ਉਹਨੇ ਸੋਚਿਆ ਕਿ ਮੈਂ ਕਿੱਦਾਂ ਦਾ ਕੰਪਿਊਟਰ ਤਿਆਰ ਕਰਾਂ ਜਿਹਨੂੰ ਅਸੀਂ ਕਿਤੇ ਵੀ ਲੈ ਕੇ ਜਾ ਸਕੀਏ, ਠੀਕ ਹੈ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਸਕੀਏ, ਈਜ਼ੀਲੀ ਉਹਦੇ ਤੇ ਵਰਕ ਕਰ ਸਕੀਏ, ਕਿਤੇ ਵੀ ਅਸੀਂ ਆਪਣਾ ਇੰਟਰਨੈਟ ਚਲਾ ਸਕੀਏ, ਠੀਕ ਹੈ। ਸੋ ਇਨਵੀਜ਼ਨ ਸੇ ਨੋਟਬੁੱਕ ਸਾਈਜ਼ ਪੋਰਟੇਬਲ ਕੰਪਿਊਟਰ, ਉਹਨੇ ਇੱਕ ਸੋਚਿਆ ਕਿ ਇੱਕ ਨੋਟਬੁੱਕ ਸਾਈਜ਼ ਦਾ ਪੋਰਟੇਬਲ ਕੰਪਿਊਟਰ ਜਿਹੜਾ ਕਿ ਸਾਡੇ ਲੈਪ ਦੇ ਅੰਦਰ ਆ ਜਾਏ, ਹੱਥਾਂ ਦੇ ਅੰਦਰ ਆ ਜਾਏ, ਜਿਹੜਾ ਕਿ ਈਜ਼ੀਲੀ ਜਿਹਨੂੰ ਅਸੀਂ ਦੇਖ ਸਕੀਏ। ਜਿਹਦਾ ਉਹਨੇ ਸਭ ਤੋਂ ਪਹਿਲੇ ਲੈਪਟਾਪ ਦਾ ਨਾਮ ਜਿਹੜਾ ਰੱਖਿਆ ਸੀ ਉਹ ਡਾਇਨਾਬੁੱਕ ਰੱਖਿਆ ਸੀ, ਠੀਕ ਹੈ। ਉਸ ਕੰਪਿਊਟਰ ਦਾ ਨਾਮ ਉਹਨੇ ਰੱਖਿਆ ਡਾਇਨਾਬੁੱਕ, that everyone could own and that could handle all of the user information needs। ਜਿੰਨੀਆਂ ਵੀ ਯੂਜ਼ਰ ਦੀਆਂ ਇਨਫੋਰਮੇਸ਼ਨ ਹੈ, ਚਾਹੇ ਤੁਸੀਂ ਮੈਥਮੈਟੀਕਲ ਇਨਫੋਰਮੇਸ਼ਨ ਹੈ ਜਾਂ ਮਲਟੀਮੀਡੀਆ ਇਨਫੋਰਮੇਸ਼ਨ ਹੈ, ਕੋਈ ਫਿਲਮ ਪਿਕਚਰ ਗੇਮਸ, ਠੀਕ ਹੈ, ਇਹ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਜਿਹੜਾ ਸਾਡੇ ਨੂੰ ਰੱਖ ਸਕੇ ਔਰ ਆਨਲਾਈਨ ਕਿਤੇ ਵੀ ਅਸੀਂ ਇਹਨੂੰ ਐਕਸੈਸ ਕਰ ਸਕੀਏ, ਇਦਾਂ ਦਾ ਇੱਕ ਕੰਪਿਊਟਰ ਤਿਆਰ ਕਰਨ ਦਾ ਸੋਚਿਆ। ਸੋ ਕੇ ਆਲਸੋ ਇਨਵਿਜ਼ਨ ਦਾ ਡਾਇਨਾਬੁੱਕ ਵਿਦ ਵਾਇਰਲੈਸ ਨੈਟਵਰਕ, ਔਰ ਇਹਦੇ ਨਾਲ ਵਾਇਰਲੈਸ ਨੈਟਵਰਕ ਜਿਹਦੇ ਵਿੱਚ ਕੋਈ ਵਾਇਰ ਨਹੀਂ ਹੈ, ਠੀਕ ਹੈ। ਜਿਹੜਾ ਡੈਸਕਟਾਪ ਉਹਦੇ ਅੰਦਰ ਦੇਖੋ ਕਿੰਨੀਆਂ ਵਾਇਰਸ ਹੈ, ਬੰਡਲਸ ਆਫ ਵਾਇਰਸ, ਬਟ ਲੈਪਟਾਪ ਦੇ ਅੰਦਰ ਕੋਈ ਵਾਇਰ ਨਹੀਂ ਹੈ, ਇੱਕ ਸਿਰਫ ਅਡੈਪਟਰ ਹੈ, ਉਹ ਵੀ ਤੁਸੀਂ ਉਦੋਂ ਲਗਾਉਣਾ ਜਦੋਂ ਤੁਸੀਂ ਇਹਨੂੰ ਚਾਰਜ ਕਰਨਾ, ਠੀਕ ਹੈ। ਅਦਰਵਾਈਜ਼ ਤੁਸੀਂ ਕੋਈ ਡਿਵਾਈਸ ਨਹੀਂ ਲਗਾਣੀ, ਠੀਕ ਹੈ। ਸੋ arguably the first laptop computer designed in 1979 ਦੇ ਵਿੱਚ ਪਹਿਲਾ ਜਿਹੜਾ ਲੈਪਟਾਪ ਬਣਿਆ, designed in 1979 by ਵਿਲੀਅਮ ਮੌਕਵਿਡ ਨੇ ਪਹਿਲਾ ਲੈਪਟਾਪ ਬਣਾਇਆ। ਗਵਿਡ ਸਿਸਟਮ ਕਾਰਪੋਰੇਸ਼ਨ ਕੰਪਨੀ ਦਾ ਨਾਮ ਸੀ। ਇਹ ਲੈਪਟਾਪ 340 ਕਿਲੋਬਾਈਟ ਬਬਲ ਮੈਮਰੀ ਯੂਜ਼ ਕਰਦਾ ਸੀ। ਬਬਲ ਮੈਮਰੀ ਇੱਕ ਨੋਨ ਵੋਲੇਟਾਈਲ ਮੈਮਰੀ ਹੈ ਜਿੱਦਾਂ ਕਿ ਹਾਰਡ ਡਿਸਕ ਹੈ, ਠੀਕ ਹੈ। ਇਸ ਚੀਜ਼ ਨੂੰ ਯੂਜ਼ ਕਰਕੇ ਉਹ ਮੈਮਰੀ ਡਾਟਾ ਸੇਵ ਕਰਦਾ ਸੀ, ਠੀਕ ਹੈ। ਸੇਵ ਕਰਕੇ ਉਹਨੂੰ ਕਿਤੇ ਵੀ ਕੋਈ ਵੀ ਐਪਲੀਕੇਸ਼ਨ ਨੂੰ ਚਲਾਉਣ ਦੇ ਲਈ ਕੰਮ ਆਉਂਦਾ ਸੀ, ਚਲਾ ਸਕਦੇ ਸੀ। ਉਹਦੇ ਵਿੱਚ ਇੱਕ ਡਾਈ ਕਾਸਟ ਮੈਗਨੀਸ਼ੀਅਮ ਕੇਸ ਮਤਲਬ ਉਹਦਾ ਢਾਂਚਾ ਜਿਹੜਾ ਮੈਗਨੀਸ਼ੀਅਮ ਦਾ ਢਾਂਚਾ ਸੀਗਾ, ਠੀਕ ਹੈ। ਔਰ ਉਹ ਫੋਲਡਿੰਗ ਸੀਗਾ। ਇਲੈਕਟ੍ਰੋਲੂਮੀਨੈਸੈਂਟ ਗ੍ਰਾਫਿਕਸ ਡਿਸਪਲੇ ਸਕਰੀਨ, ਇੱਕ ਸਕਰੀਨ ਸੀ ਉਹਦੀ ਜਿਹੜੀ ਕਿ ਇਲੈਕਟ੍ਰੋਲੂਮੀਨੈਸੈਂਟ ਗ੍ਰਾਫਿਕ ਡਿਸਪਲੇ ਸਕਰੀਨ ਸੀ, ਠੀਕ ਹੈ। ਜਿੱਦਾਂ CRT ਕੈਥੋਡ ਰੇ ਟਿਊਬ ਹੈ, ਉਦਾਂ ਹੀ ਇਹਦੀ ਜਿਹੜੀ ਮੈਥਮੈਟੀਕਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਸੀਗੀ ਇਲੈਕਟ੍ਰੋਲੂਮੀਨੈਸੈਂਟ ਗ੍ਰਾਫਿਕਸ। 1983
ਗੈਵਿਲੀਅਨ ਕੰਪਿਊਟਰ ਪ੍ਰੋਡਿਊਸਡ ਅ ਲੈਪਟਾਪ ਕੰਪਿਊਟਰ ਵਿਦ ਅ ਫੋਲੋਇੰਗ ਫੀਚਰ। ਇਹਦੇ ਅੰਦਰ ਕਿਹੜੇ ਕਿਹੜੇ ਫੀਚਰ ਸੀਗੇ ਉਸ ਟਾਈਮ ਤੇ 79 ਦੇ ਵਿੱਚ? ਇਹ 64 ਕਿਲੋਬਾਈਟ ਦਾ ਮੈਮਰੀ ਹੋਲਡ ਕਰਦਾ ਸੀ, ਜਿਹਨੂੰ ਅਸੀਂ ਰੈਮ ਕਹਿ ਦਿੰਦੇ ਹਾਂ, ਰੈਂਡਮ ਐਕਸੈਸ ਮੈਮਰੀ। ਸਿਰਫ ਔਰ ਸਿਰਫ 64 ਕਿਲੋਬਾਈਟਸ। ਠੀਕ ਹੈ, ਅੱਜ ਕੱਲ ਦੇਖੋ GB ਦੇ ਵਿੱਚ ਮੈਮਰੀ ਆ ਰਹੀ ਹੈ। ਠੀਕ ਹੈ, ਸੋ 128 ਤੱਕ ਮੈਕਸਿਮਮ ਇਹਦੀ ਮੈਮਰੀ ਹੋ ਸਕਦੀ ਸੀ। ਉਹਦੇ ਬਾਅਦ ਗੈਵਲਿਨ ਆਪਰੇਟਿੰਗ ਸਿਸਟਮ, ਉਸ ਟਾਈਮ ਤੇ ਜਿਹੜਾ ਆਪਰੇਟਿੰਗ ਸਿਸਟਮ ਸੀ ਉਹ ਵਿੰਡੋ ਨਹੀਂ ਸੀ, MS DOS ਕੰਪੈਟੀਬਲ ਆਪਰੇਟਿੰਗ ਸਿਸਟਮ ਸੀ ਗੈਵਲਿਨ ਦਾ। ਠੀਕ ਹੈ, ਮਤਲਬ ਸਿਰਫ ਔਰ ਸਿਰਫ ਕਮਾਂਡ ਚਲਦੀਆਂ ਸੀ ਉਦੋਂ ਉਹਦੇ ਤੇ। ਠੀਕ ਹੈ, ਉਹਦੇ ਬਾਅਦ ਪ੍ਰੋਸੈਸਰ 8088 ਮਾਈਕਰੋ ਪ੍ਰੋਸੈਸਰ ਸੀ ਉਹਦਾ, ਉਹਦੀ ਸਪੀਡ ਕਾਫੀ ਘੱਟ ਸੀ। ਠੀਕ ਹੈ, ਉਹਦੇ ਨਾਲ ਨਾਲ ਟੱਚ ਪੈਡ ਮਾਊਸ ਸੀਗਾ ਉਹਦਾ, ਟੱਚ ਪੈਡ ਜੋ ਅੱਜ ਕੱਲ ਹੈਗਾ, ਲੇਕਿਨ ਉਦੋਂ ਜਿਹੜਾ ਉਹਦਾ ਇੰਨੇ ਫੀਚਰ ਨਹੀਂ ਸੀਗੇ। ਟੱਚ ਪੈਡ ਮਾਊਸ ਸਿੰਪਲ ਸੀਗਾ, ਮਕੈਨੀਕਲ, ਉਹਦੇ ਅੰਦਰ ਹੀ ਸੀਗਾ। ਪੋਰਟੇਬਲ ਪ੍ਰਿੰਟਰ ਸੀਗਾ, ਲੇਕਿਨ ਪੋਰਟੇਬਲ ਸੀਗਾ, ਮਤਲਬ ਉਹਦੇ ਨਾਲ ਇੱਕ ਛੋਟਾ ਪ੍ਰਿੰਟਰ ਦਾ ਆਪਸ਼ਨ ਸੀ, ਜਿਹੜਾ ਪ੍ਰਿੰਟਰ ਤੁਸੀਂ ਲੈਪਟਾਪ ਦੇ ਅੰਦਰ ਲਗਾ ਸਕਦੇ ਸੀ। ਠੀਕ ਹੈ, ਉਹਦੇ ਬਾਅਦ weight ਦੀ ਗੱਲ ਕਰੀਏ ਤੇ ਉਸ ਟਾਈਮ ਤੇ ਜਿਹੜੇ ਲੈਪਟਾਪ ਸੀਗੇ ਉਹ 9 ਪਾਉਂਡ, ਠੀਕ ਹੈ, ਕਰੀਬ ਕੋਈ 4 ਕਿਲੋ ਉਹਦਾ weight ਸੀਗਾ, 4 ਕਿਲੋ weight ਸੀਗਾ। ਜਾਂ ਕਹਿੰਦਾ ਕੁਝ ਉਹਦੇ ਤੋਂ ਵੱਡੇ ਸੀਗੇ ਜਿਹੜੇ ਉਹ 14 ਪਾਉਂਡ ਦੇ, ਮਤਲਬ ਉਹਦੇ ਨਾਲ ਪ੍ਰਿੰਟਰ ਦਾ ਵੀ weight ਕਰ ਲਈਏ ਤੇ 14 ਪਾਉਂਡ ਦੇ, ਮਤਲਬ 6.5 ਕਿਲੋ ਉਹਨਾਂ ਦਾ ਵਜਨ ਸੀਗਾ। ਠੀਕ ਹੈ, ਇਹ ਫੀਚਰ ਸੀਗੇ। ਅੱਗੇ ਲੈਪਟਾਪ ਵਰਸਸ ਕੰਪਿਊਟਰ ਦੀ ਗੱਲ ਕਰੀਏ ਆਪਾਂ ਤਾਂ ਲੈਪਟਾਪ ਮੈਂ ਤੁਹਾਨੂੰ ਕਾਫੀ ਐਕਸਪਲੇਨ ਕੀਤਾ, ਜਿਹੜਾ ਕਿ ਕੈਰੀ ਕਰਨਾ ਸੌਖਾ ਹੈ, ਜਿਹੜਾ ਕਿ ਪੋਰਟੇਬਲ ਹੈ। ਠੀਕ ਹੈ, ਜਿਹਦੇ ਵਿੱਚ ਬੈਟਰੀ ਬੈਕਅਪ ਹੈ। ਠੀਕ ਹੈ, ਹੁਣ ਅਸੀਂ ਡੈਸਕਟਾਪ ਦੀ ਅਗਰ ਗੱਲ ਕਰੀਏ ਤਾਂ ਡੈਸਕਟਾਪ ਦੀਆਂ ਕੁਝ ਐਡਵਾਂਟੇਜ ਹੈ ਜਿਹੜੀਆਂ ਇਹਨੂੰ ਲੈਪਟਾਪ ਤੋਂ ਅਲੱਗ ਬਣਾਉਂਦੀਆਂ। ਠੀਕ ਹੈ, ਸੋ ਐਡਵਾਂਟੇਜ ਆਫ ਡੈਸਕਟਾਪ ਐਜ਼ ਕੰਪੇਅਰਡ ਟੂ ਲੈਪਟਾਪ ਕੰਪਿਊਟਰ। ਠੀਕ ਹੈ, ਸੋ ਡੈਸਕਟਾਪ ਕੰਪਿਊਟਰ ਹੈਵ ਮੋਰ ਪਾਵਰ। ਡੈਸਕਟਾਪ ਕੰਪਿਊਟਰ ਦੇ ਅੰਦਰ ਮੋਰ ਪਾਵਰ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਆਲਰੇਡੀ ਤੁਹਾਡੀ AC ਸਪਲਾਈ ਦੇ ਨਾਲ ਹੈ, ਉਹ ਕੋਈ ਬੈਟਰੀ ਤੇ ਨਹੀਂ ਚੱਲਦਾ ਪਿਆ, ਇਹਨੂੰ ਜ਼ਿਆਦਾ ਪਾਵਰ ਚਾਹੀਦੀ ਹੈ। ਠੀਕ ਹੈ, ਉਹਦੇ ਬਾਅਦ ਡੈਸਕਟਾਪ ਕੰਪਿਊਟਰ ਈਜ਼ੀਅਰ ਲੈਸ ਐਕਸਪੈਂਸਿਵ ਟੂ ਅਪਗ੍ਰੇਡ। ਡੈਸਕਟਾਪ ਨੂੰ ਅਪਗ੍ਰੇਡ ਕਰਨਾ ਈਜ਼ੀ ਹੈ। ਹੁਣ ਅਸੀਂ ਲੈਪਟਾਪ ਜਦੋਂ ਬਣਾ ਦਿੰਦੇ ਹਾਂ, ਇੱਕ ਵਾਰੀ ਕੋਈ ਕੰਪਨੀ ਬਣਾ ਦਿੰਦੀ ਹੈ, ਉਹਦੇ ਵਿੱਚ ਅਸੀਂ ਰੈਮ ਨੂੰ ਅਪਗ੍ਰੇਡ ਨਹੀਂ ਕਰ ਸਕਦੇ। ਜੇ 4 GB ਰੈਮ ਹੈ ਤੇ ਉਹ 4 GB ਰਹੇਗੀ। ਠੀਕ ਹੈ, ਅਪਗ੍ਰੇਡ ਕਰਨਾ ਮੁਸ਼ਕਿਲ ਹੈ ਕਿਉਂਕਿ ਉਹਦੇ ਅੰਦਰ ਜੇ ਇੱਕ ਸਲੋਟ ਹੈ ਤੇ ਇੱਕ ਸਲੋਟ ਦੇ ਅੰਦਰ ਹੀ ਰੈਮ ਆਏਗੀ। ਠੀਕ ਹੈ, ਜਿੰਨੀ ਫੰਕਸ਼ਨੈਲਿਟੀਜ਼ ਕੰਪਨੀ ਨੇ ਦੇਤੀ ਹੈ ਉਹਦੇ ਤੋਂ ਬਾਅਦ ਉਹਨੂੰ ਅਪਗ੍ਰੇਡ ਕਰਨਾ ਮੁਸ਼ਕਿਲ ਹੈ। ਪਰ ਡੈਸਕਟਾਪ PC ਨੂੰ ਤੁਸੀਂ ਕਿਸੇ ਵੀ ਵੇਲੇ ਅਪਗ੍ਰੇਡ ਕਰ ਸਕਦੇ ਹੋ। ਠੀਕ ਹੈ, ਔਰ ਇਹ ਲੈਸ ਐਕਸਪੈਂਸਿਵ, ਮਹਿੰਗਾ ਨਹੀਂ ਹੈ। ਮਤਲਬ ਲੈਪਟਾਪ ਮਹਿੰਗਾ PC ਹੈ ਲੇਕਿਨ ਡੈਸਕਟਾਪ ਜਿਹੜਾ ਉਹ ਸਸਤਾ PC ਹੈ। Desktop computer are generally less expensive overall and offer a better overall value। ठीक है, यदि ज़्यादा वैल्यू है, घट एक्सपेंसिव है। डेस्कटॉप कंप्यूटर हैव मोर कंफर्टेबल। डेस्कटॉप कंप्यूटर कंफर्टेबल किवें है तो गल करिए कि डेस्कटॉप कंप्यूटर के अंदर एक मोनीटर है जिसकी स्क्रीन 15 इंच हो सकती है, 18 इंच हो सकती है, या अपनी कंफर्ट के हिसाब से 21 इंच हो सकती है। ठीक है, बट जिहड़ा साडा लैपटॉप है वो इदा नहीं है। जो तुसी कंपनी का लैपटॉप लिया तो मान लो जे तुसी 11 इंच का लिया तो 11 इंच ही होएगा, 13 इंच है तो 13 इंच की स्क्रीन रहेगी। ठीक है, 15 तो 15 इंच की रहेगी। ठीक है, ये तो बड़ा लैपटॉप नहीं, क्योंकि लैपटॉप मतलब नोटबुक, ਉਹਦਾ साइज उन्ना ज़्यादा ਵੱਧ ਜਾਏਗਾ जिन्ना ਵੱਡਾ लैपटॉप होएगा। सो ਉਹਦਾ साइज एक उन्ना ही बनाया, स्टैंडर्ड साइज बनाया 15 इंच मैक्सिमम। इट शुड बी नोटेड दैट एन आफ्टर मार्केट लार्ज कंफर्टेबल माउस एंड माउस पैड आर आल्सो पॉसिबल विद द लैपटॉप। ठीक है, सो ਇਹਦੇ ਨਾਲ ਕੀ ਹੈ, ਡੈਸਕਟਾਪ ਦੇ ਨਾਲ ਇੱਕ ਮਾਊਸ ਹੈ ਜਿਹਨੂੰ ਤੁਸੀਂ ਈਜ਼ੀਲੀ ਯੂਜ਼ ਕਰ ਸਕਦੇ ਹੋ। ਠੀਕ ਹੈ, कीबोर्ड है जिन्होंने तुसी ईजिली कंफर्टेबली यूज कर सकते हो। साइज ਉਹਦਾ प्रॉपर साइज है, स्टैंडर्ड साइज। ठीक है, डेस्कटॉप कंप्यूटर हैव लार्जर मॉनिटर। डेस्कटॉप कंप्यूटर ਦਾ ਇੱਕ मॉनिटर भी है ਜਿਹੜਾ कि ईजिली तुसी ਉਹਦੇ ਤੇ ਪਿਕਚਰ ਦੇਖ ਸਕਦੇ ਹੋ। ठीक है, डेस्कटॉप कंप्यूटर ईजिली ਲੈਸ ਐਕਸਪੈਂਸਿਵ ਰਿਪੇਅਰ। ठीक है, ਇਹਨੂੰ ਰਿਪੇਅਰ ਕਰਨਾ ਸੌਖਾ ਹੈ, ਘੱਟ ਮਹਿੰਗਾ ਹੈ। ठीक है, सो डेस्कटॉप कंप्यूटर हैव लोअर रिस्क ऑफ थेफ्ट। ਹੁਣ ਡੈਸਕਟਾਪ ਕੰਪਿਊਟਰ ਥੈਫਟ ਮਤਲਬ ਉਹਨੂੰ ਚੋਰੀ ਹੋਣ ਦਾ ਡਰ ਵੀ ਨਹੀਂ ਹੈ, ਕਿਉਂਕਿ ਡੈਸਕਟਾਪ ਕੰਪਿਊਟਰ ਸਾਡੇ ਘਰ 'ਚ ਹੀ ਲੱਗਿਆ ਹੋਇਆ ਜਾਂ ਆਫਿਸ 'ਚ ਹੀ ਲੱਗਿਆ ਹੋਇਆ। ਪਰ ਲੈਪਟਾਪ ਨੂੰ ਅਸੀਂ ਕੈਰੀ ਕਰਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਾਨੂੰ ਭੁੱਲ ਸਕਦਾ, ਕਿਤੇ ਉਹ ਰਹਿ ਸਕਦਾ। ਠੀਕ ਹੈ, ਇਸ ਕਰਕੇ ਉਹਦਾ ਥੈਫਟ ਹੈ, ਚੋਰੀ ਹੋਣ ਦਾ ਵੀ ਡਰ ਹੈ। ਠੀਕ ਹੈ, ਉਹਨੂੰ ਸਾਨੂੰ
ਸੰਭਾਲ ਕੇ ਰੱਖਣਾ ਪੈਂਦਾ, ਬਟ ਡੈਸਕਟਾਪ ਕੰਪਿਊਟਰ ਨੂੰ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ, which means less chance of losing your data and having to pay to replace। ਅੱਗੇ ਗੱਲ ਕਰੀਏ ਐਡਵਾਂਟੇਜ ਆਫ ਲੈਪਟਾਪ ਕੰਪਿਊਟਰ ਐਜ਼ ਕੰਪੇਅਰ ਟੂ ਦਾ ਡੈਸਕਟਾਪ ਕੰਪਿਊਟਰ। ਹੁਣ ਲੈਪਟਾਪ ਕੰਪਿਊਟਰ ਦੀ ਅਗਰ ਗੱਲ ਕਰੀਏ ਤੇ ਉਹਦੀਆਂ ਕਾਫੀ ਐਡਵਾਂਟੇਜ ਹੈ ਕੰਪੇਅਰਟਿਵਲੀ ਡੈਸਕਟਾਪ ਕੰਪਿਊਟਰ, ਠੀਕ ਹੈ। ਸੋ ਲੈਪਟਾਪ ਕੰਪਿਊਟਰ ਹਾਈਲੀ ਪੋਰਟੇਬਲ ਐਂਡ ਅਲੋ ਯੂ ਟੂ ਯੂਜ਼ ਯੂਅਰ ਕੰਪਿਊਟਰ ਆਲਮੋਸਟ ਐਨੀਵੇਅਰ, ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਕਦੀ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਇਫ ਯੂ ਆਰ ਇੰਟਰਨੈਸ਼ਨਲ ਸਟੂਡੈਂਟ, ਕਿਤੇ ਵੀ ਤੁਸੀਂ ਜਾ ਸਕਦੇ ਹੋ, ਕੈਰੀ ਕਰ ਸਕਦੇ ਹੋ ਉਹਨੂੰ, ਸਟੂਡੈਂਟਸ ਹੋ ਤਾਂ ਤੁਸੀਂ ਕਿਤੇ ਵੀ ਪੜ੍ਹਨਾ ਹੈ, ਤੁਸੀਂ ਆਪਣੇ ਡੈਸਕਟਾਪ ਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣਾ ਕਾਫੀ ਮੁਸ਼ਕਲ ਹੈ, ਇਸ ਕਰਕੇ ਲੈਪਟਾਪ ਨੂੰ ਤੁਸੀਂ ਕਿਤੇ ਵੀ ਆਰਾਮ ਨਾਲ ਕੈਰੀ ਕਰ ਸਕਦੇ ਹੋ, ਸਕੂਲ ਤੋਂ ਘਰ। ਲੈਪਟਾਪ ਕੰਪਿਊਟਰ ਟੇਕ ਅਪ ਲੈਸ ਰੂਮ ਔਨ ਡੈਸਕ ਔਰ ਟੇਬਲ ਐਂਡ ਕੈਨ ਬੀ ਪੁੱਟ ਅਵੇ ਵੈਨ ਨਾਟ ਇਨ ਯੂਜ਼। ਜਦੋਂ ਤੁਸੀਂ ਨਹੀਂ ਯੂਜ਼ ਕਰਦੇ ਪਏ ਲੈਪਟਾਪ ਨੂੰ, ਤੁਸੀਂ ਬੰਦ ਕਰਕੇ ਕਿਤੇ ਆਪਣੇ ਬੈਗ 'ਚ, ਕਿਤੇ ਆਪਣੀ ਅਲਮੀਰਾ ਦੇ ਅੰਦਰ ਰੱਖ ਸਕਦੇ ਹੋ, ਠੀਕ ਹੈ। ਲੇਕਿਨ ਡੈਸਕਟਾਪ ਨੂੰ ਤੁਸੀਂ ਕਿਤੇ ਵੀ ਕੰਪੈਕਟ ਰੂਪ ਦੇ ਵਿੱਚ ਨਹੀਂ ਰੱਖ ਸਕਦੇ, ਇਹ ਵੀ ਇੱਕ ਲੈਪਟਾਪ ਦੀ ਐਡਵਾਂਟੇਜ ਹੈ। ਲੈਪਟਾਪ ਕੰਪਿਊਟਰ ਹੈਵ ਸਿੰਗਲ ਕੋਡ ਟੂ ਕੰਟੈਂਟ ਵਿਦ ਰੈਦਰ ਦੈਨ ਮਲਟੀਪਲ ਕੋਡ ਐਸੋਸੀਏਟਡ ਵਿਦ ਡੈਸਕਟਾਪ ਕੰਪਿਊਟਰ। ਅਦਰ ਐਡਵਾਂਟੇਜ ਦੀ ਗੱਲ ਕਰੀਏ ਲੈਪਟਾਪ ਤੇ ਲੈਪਟਾਪ ਜਿਹੜਾ ਹੈ ਉਹ ਲੋ ਪਾਵਰ ਕੰਜ਼ੰਪਸ਼ਨ ਹੈ। ਪਾਵਰ ਦੀ ਗੱਲ ਕਰੀਏ ਤਾਂ ਲੈਪਟਾਪ ਜਿਹੜਾ ਸਿਰਫ ਔਰ ਸਿਰਫ 20 ਤੋਂ 120 ਵਾਟ ਦੀ ਜਿਹੜੀ ਕੰਜ਼ੰਪਸ਼ਨ ਹੈ ਉਹ ਲੈਂਦਾ ਇਲੈਕਟ੍ਰਿਸਿਟੀ ਦੀ, ਠੀਕ ਹੈ। ਬਟ ਜਿਹੜਾ ਸਾਡਾ ਡੈਸਕਟਾਪ ਹੈ ਉਹਨੂੰ 100 ਤੋਂ 800 ਵਾਟ ਦੀ ਡੈਸਕਟਾਪ ਦੀ ਕੰਜ਼ੰਪਸ਼ਨ ਹੈ ਇਲੈਕਟ੍ਰਿਸਿਟੀ ਦੀ, ਠੀਕ ਹੈ। ਸੋ ਲੈਪਟਾਪ ਬੜੀ ਘੱਟ ਬਿਜਲੀ ਦੀ ਖਪਤ ਕਰਦਾ ਔਰ ਜਿਹੜਾ ਸਾਡਾ ਡੈਸਕਟਾਪ ਹੈ ਉਹਦੀ ਬਿਜਲੀ ਦੀ ਖਪਤ ਥੋੜੀ ਜ਼ਿਆਦਾ ਹੈ ਲੈਪਟਾਪ ਨਾਲੋਂ, ਠੀਕ ਹੈ। ਉਹਦੇ ਬਾਅਦ ਬੈਟਰੀ ਦੀ ਗੱਲ ਕਰੀਏ ਤੇ ਬੈਟਰੀ ਚਾਰਜ ਹੁੰਦੀ ਹੈ, ਇਸ ਕਰਕੇ ਉਹਦਾ ਬੈਟਰੀ ਬੈਕਅਪ ਲਿਆ ਜਾ ਸਕਦਾ ਕਿਸੇ ਵੇਲੇ ਵੀ ਬਿਨਾਂ ਇੰਟਰਪਟ ਦੇ, ਠੀਕ ਹੈ। ਪਰ ਜਿਹੜਾ ਡੈਸਕਟਾਪ ਹੈ ਉਹ ਇੰਟਰਪਟਡ, ਉਹਦੇ ਨਾਲ ਸਾਨੂੰ UPS ਲਗਾਉਣਾ ਪਏਗਾ। ਇਹ UPS ਨਹੀਂ ਲਗਾਉਂਦੇ ਤੇ ਅਸੀਂ ਕਿਸੇ ਵੀ ਵੇਲੇ ਕੰਮ ਕਰਦੇ ਪਏ ਹਾਂ ਤਾਂ ਲਾਈਟ ਚੱਲ ਜਾਂਦੀ ਹੈ, ਬ੍ਰੇਕਅਪ ਹੋ ਜਾਂਦੀ ਹੈ, ਬਲੈਕਆਊਟ ਹੋ ਜਾਂਦਾ ਤੇ ਉਸੇ ਵੇਲੇ ਕੀ ਹੋਏਗਾ, ਸਾਡਾ ਕੰਪਿਊਟਰ ਬੰਦ ਹੋ ਜਾਏਗਾ ਔਰ ਸਾਡਾ ਕੀਮਤੀ ਡਾਟਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹ ਡਾਟਾ ਲਾਸ ਹੋ ਸਕਦਾ, ਇਸ ਕਰਕੇ ਉੱਧਰ UPS ਦੀ ਜ਼ਰੂਰਤ ਹੈਗੀ ਹੈ। ਉਹਦੇ ਬਾਅਦ ਆਲ ਇਨ ਵਨ ਲੈਪਟਾਪ ਜਿਹੜਾ ਸਾਰੇ ਕੰਮ ਇਕੱਠੇ ਕਰ ਸਕਦਾ, ਇੱਕੋ ਜਗ੍ਹਾ ਤੇ ਕਰ ਸਕਦਾ ਔਰ ਇੱਕੋ ਕੰਪੈਕਟ ਮਸ਼ੀਨ ਦੇ ਅੰਦਰ ਸਾਰੇ ਇਨਪੁਟ ਤੋਂ ਲੈ ਕੇ ਆਊਟਪੁੱਟ ਤੋਂ ਲੈ ਕੇ ਮਲਟੀਮੀਡੀਆ ਤੋਂ ਲੈ ਕੇ ਸਪੀਕਰ, ਹਾਰਡ ਡਿਸਕ, ਹਰ ਚੀਜ਼ ਇੱਕੋ ਜਗ੍ਹਾ ਤੇ ਹੈਗੀ ਹੈ, ਇਸ ਕਰਕੇ ਸਾਰੇ ਆਲ ਇਨ ਵਨ ਫੀਚਰ ਇਹਦੇ ਅੰਦਰ ਹੈਗੇ ਆ, ਠੀਕ ਹੈ। ਨੈਕਸਟ ਗੱਲ ਕਰੀਏ ਟਾਈਪਸ ਦੀ। ਸੋ ਟਾਈਪਸ ਦੀ ਗੱਲ ਕਰੀਏ ਤਾਂ ਲੈਪਟਾਪ ਦੇ ਅੰਦਰ ਕਈ ਤਰ੍ਹਾਂ ਦੀਆਂ ਟਾਈਪਸ ਹੈ, ਕਿਉਂਕਿ ਲੈਪਟਾਪ ਦੇ ਵਿੱਚ ਹੁਣ ਦੇ ਟਾਈਮ ਨਾਲ ਦੇਖੀਏ, ਠੀਕ ਹੈ, ਤਾਂ ਜਦੋਂ ਲੈਪਟਾਪ ਸਟਾਰਟ ਹੋਇਆ ਤਾਂ ਇੱਕ ਡੱਬੇ ਦੇ ਵਾਂਗ ਸੀ, ਜਿਹਦਾ weight ਵੀ ਤੁਸੀਂ ਦੇਖਿਆ 4 ਕਿਲੋ ਤੋਂ 6 ਕਿਲੋ ਤੱਕ ਹੋ ਸਕਦਾ ਸੀ। ਪਰ ਹੁਣ ਦੀ ਗੱਲ ਕਰੀਏ ਤਾਂ ਲੈਪਟਾਪ ਬੜਾ ਹੌਲਾ ਆ ਗਿਆ, ਜਿਵੇਂ ਕਿ 1 ਕਿਲੋ ਵਜਨ ਹੋ ਸਕਦਾ, 2 ਕਿਲੋ ਵਜਨ ਹੋ ਸਕਦਾ ਇਹਦਾ, ਠੀਕ ਹੈ। ਸੋ ਜ਼ਿਆਦਾ ਭਾਰਾ ਨਹੀਂ ਹੈ, ਇਸ ਕਰਕੇ ਇਹਦੀਆਂ ਕਈ ਤਰ੍ਹਾਂ ਦੀਆਂ ਟਾਈਪਸ ਹੈ। ਸਭ ਤੋਂ ਪਹਿਲੇ ਜਿਹੜੀ ਸੀਗੀ ਉਹ ਟ੍ਰੈਡੀਸ਼ਨਲ ਲੈਪਟਾਪ ਸੀਗੇ, ਠੀਕ ਹੈ। ਦ ਫਾਰਮ ਆਫ ਟ੍ਰੈਡੀਸ਼ਨਲ ਲੈਪਟਾਪ ਕੰਪਿਊਟਰ ਇਜ਼ ਕਲੇਮ ਸ਼ੈਲ ਵਿਦ ਅ ਸਕਰੀਨ, ਜਿਹਦੀ ਇੱਕ ਸਕਰੀਨ ਸੀਗੀ, ਇਨਰ ਸਾਈਡ ਦਾ ਕੀਬੋਰਡ ਸੀਗਾ, ਓਪੋਜ਼ਿਟ ਫੇਸਿੰਗ ਸਾਈਡ ਸਕਰੀਨ ਸੀ, ਠੀਕ ਹੈ। ਇਟ ਕੈਨ ਬੀ ਈਜ਼ੀਲੀ ਫੋਲਡਡ ਟੂ ਕੰਜ਼ਰਵ ਸਪੇਸ ਵਾਈਲ ਟਰੈਵਲਿੰਗ। ਸੋ ਜਦੋਂ ਟਰੈਵਲ ਕਰਦੇ ਸੀ ਤਾਂ ਕੀਬੋਰਡ ਔਰ ਸਾਹਮਣੇ ਸਕਰੀਨ ਸੀ, ਸਕਰੀਨ ਤੇ ਤੁਸੀਂ ਕੋਈ ਕੰਮ ਕਰਦੇ ਸੀ ਤੇ ਕੀਬੋਰਡ ਤੋਂ ਪ੍ਰੈਸ ਕਰਕੇ ਤੁਸੀਂ ਕੋਈ ਵੀ ਕੰਮ ਲੈ ਸਕਦੇ ਸੀ। ਜੇਕਰ ਕੰਮ ਨਹੀਂ ਕਰਦੇ ਹੋ ਤੇ ਉਹਨੂੰ ਤੁਸੀਂ ਫੋਲਡ ਕਰਕੇ ਤੁਸੀਂ ਆਪਣੀ ਟੈਚੀ ਦੇ ਅੰਦਰ ਰੱਖ ਸਕਦੇ ਹੋ। ਇਟ ਕੈਨ ਬੀ ਈਜ਼ੀਲੀ ਫੋਲਡਡ ਟੂ ਕੰਜ਼ਰਵ ਸਪੇਸ ਵਾਈਲ ਟਰੈਵਲਿੰਗ। The screen and keyboards are inaccessible while closed, ठीक है। ਜਦੋਂ ਵੀ close ਕਰੋਗੇ, ਬੰਦ ਕਰੋਗੇ तो inaccessible, ਉਹਨੂੰ ਤੁਸੀਂ access ਨਹੀਂ ਕਰ ਸਕਦੇ, ਮਤਲਬ ਬੰਦ ਹੋ ਜਾਏਗਾ automatically। Device of this form are commonly called an traditional laptop or notebook, ठीक ਹੈ। Traditionally laptop ਜਿਹੜਾ use ਕਰਦੇ ਸੀ ਉਹਨੂੰ notebook ਵੀ ਕਹਿ ਸਕਦੇ ਹਾਂ। Particularly if they have screen size, ਤੇ screen size ਉਹਦਾ 11 ਇੰਚ ਤੋਂ ਲੈ ਕੇ 17 ਇੰਚ ਤੱਕ ਹੋ ਸਕਦਾ ਸੀ, ਠੀਕ ਹੈ। measure diagonally and run in full featured operating system, तो कोई भी ऑपरेटिंग सिस्टम ਅਸੀਂ ਉਸ ਲੈਪਟਾਪ ਦੇ ਅੰਦਰ ਚਲਾ ਸਕਦੇ ਸੀ। ਵਿੰਡੋ ਆਪਰੇਟਿੰਗ ਸਿਸਟਮ, ਮੈਕ ਆਪਰੇਟਿੰਗ ਸਿਸਟਮ, ਜਿਹੜਾ ਐਪਲ ਦਾ ਆਪਰੇਟਿੰਗ ਸਿਸਟਮ ਉਹਨੂੰ ਮੈਕ ਆਪਰੇਟਿੰਗ ਸਿਸਟਮ ਕਹਿੰਦੇ ਆ। ਲਾਈਨੈਕਸ ਆਪਰੇਟਿੰਗ ਸਿਸਟਮ ਬੜਾ ਇੰਪੋਰਟੈਂਟ ਹੈ, ਓਪਨ ਸੋਰਸ ਆਪਰੇਟਿੰਗ ਸਿਸਟਮ ਹੈ, ਠੀਕ ਹੈ। ਇਸ ਆਪਰੇਟਿੰਗ ਸਿਸਟਮ ਨੂੰ ਅਸੀਂ ਇਸ ਲੈਪਟਾਪ ਤੇ ਆਰਾਮ ਨਾਲ ਚਲਾ ਸਕਦੇ ਸੀ। ਟ੍ਰੈਡੀਸ਼ਨਲ ਲੈਪਟਾਪ ਆਰ ਦਾ ਮੋਸਟ ਕਾਮਨ ਫਾਰਮ ਆਫ ਲੈਪਟਾਪ, ਆਲਦੋ ਕ੍ਰੋਮਬੁੱਕ, ਹੁਣ ਜਿਹੜੇ
ਅੱਜਕੱਲ ਆਉਂਦੇ ਪਏ ਆ, ਉਹ ਕਹਿੰਦਾ ਕਿ ਕਾਫੀ ਉਹਨਾਂ ਦੇ ਵਿੱਚ ਫੰਕਸ਼ਨਸ ਫੀਚਰਸ ਕਾਫੀ ਜ਼ਿਆਦਾ ਹੈ, ਬਟ ਕਹਿੰਦਾ ਉਸ ਟਾਈਮ ਤੇ ਜਿਹੜਾ ਟ੍ਰੈਡੀਸ਼ਨਲ ਲੈਪਟਾਪ ਸੀਗਾ ਉਹ ਵੀ ਕਾਫੀ ਵਧੀਆ ਸੀਗਾ ਉਸ ਟਾਈਮ ਦੇ ਹਿਸਾਬ ਨਾਲ। ਸੋ ਆਲਦੋ Chromebook, Ultrabook, Convertible and 2-in-1 ਇਹ ਸਾਰੇ ਹੁਣ ਆਉਂਦੇ ਪਏ ਆ, ਜਿਹੜੇ ਅੱਗੇ ਮੈਂ ਪੜਾਵਾਂਗਾ ਤੁਹਾਨੂੰ। Chromebook, Ultrabook, Convertible and 2-in-1 described below are becoming Ultrabook, Convertible and 2-in-1 are becoming more common, with similar performance being achieved in their more portable or affordable forms। ਜਿਵੇਂ ਜਿਵੇਂ ਅਸੀਂ ਹੁਣ ਦੀ ਗੱਲ ਕਰੀਏ, ਇਸ ਏਜ ਦੀ ਗੱਲ ਕਰੀਏ, ਤਾਂ ਲੈਪਟਾਪ ਦੇ ਅੰਦਰ ਹੋਰ ਵੀ ਕਈ ਫੰਕਸ਼ਨਸ ਆ ਗਏ ਆ ਜਿਹੜੇ ਕਿ ਅੱਗੇ ਡਿਸਕਸ ਕਰਾਂਗੇ ਅਸੀਂ, ਠੀਕ ਹੈ। ਬਟ ਬੇਸਿਕਲੀ ਜਿਹੜੇ ਫੰਕਸ਼ਨ ਸੀ ਜੋ ਮੈਂ ਐਕਸਪਲੇਨ ਕਰਤੇ ਆ ਤੁਹਾਨੂੰ, ਅੱਗੇ ਜਿਹੜੇ ਆਉਣ ਵਾਲੇ ਕੰਪਿਊਟਰ ਚੱਲਦੇ ਪਏ ਆ ਉਹਦੇ ਵਿੱਚ ਕਾਫੀ ਹੋਰ ਫੰਕਸ਼ਨਸ ਜਿਹੜੇ ਆ ਉਹ ਪਾਏ ਜਾਂਦੇ ਆ, ਠੀਕ ਹੈ। ਨੈਕਸਟ ਗੱਲ ਕਰੀਏ ਤਾਂ ਸਬ ਨੋਟਬੁੱਕ। ਸਬ ਨੋਟਬੁੱਕ ਇੱਕ ਲੈਪਟਾਪ ਦੀ ਟਾਈਪ ਆ, ਅਲਟਰਾ ਪੋਰਟੇਬਲ ਨੂੰ ਕਹਿੰਦੇ ਅਸੀਂ। ਅਲਟਰਾ ਪੋਰਟੇਬਲ ਮਤਲਬ ਇਹ ਹੋਰ ਜ਼ਿਆਦਾ ਪੋਰਟੇਬਲ ਈਜ਼ੀ ਹੈ, ਠੀਕ ਹੈ। ਇਜ਼ ਅ ਲੈਪਟਾਪ ਡਿਜ਼ਾਈਨਡ ਐਂਡ ਮਾਰਕੀਟਡ ਵਿਦ ਐਨ emphasis on portability, small size, low weight and often longer battery life। ਸੋ ਇਹਦਾ ਸਾਈਜ਼ ਘਟਾਇਆ, ਠੀਕ ਹੈ, ਇਹਦੇ ਪਾਰਟਸ ਨੂੰ ਕੰਪੈਕਟ ਕਰਤਾ ਹੋਰ, ਇਸ ਕਰਕੇ ਸਮਾਲ ਸਾਈਜ਼ ਹੋ ਗਿਆ। ਲੋ weight ਮਤਲਬ ਇਹਦਾ weight ਘਟਾਤਾ। ਪਹਿਲੇ ਕੰਪਿਊਟਰ ਤੁਹਾਨੂੰ ਮੈਂ ਗੱਲ ਕੀਤੀ 4 ਕਿਲੋ ਤੋਂ 6 ਕਿਲੋ ਤੱਕ ਜਿਹੜਾ ਉਹਦਾ weight ਹੋ ਸਕਦਾ ਸੀ, ਲੇਕਿਨ ਇਹ ਵਾਲੇ ਕੰਪਿਊਟਰ ਦਾ ਜਿਹੜਾ weight ਹੈ 0.8 ਕਿਲੋ ਤੋਂ 2 ਕਿਲੋ ਤੱਕ ਹੋ ਸਕਦਾ। ਸਿਰਫ ਕਿੰਨਾ ਈਜ਼ੀ ਹੈ ਇਹਨੂੰ ਪੋਰਟ ਕਰਨਾ, ਇਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਖੜਨਾ, ਠੀਕ ਹੈ। ਸੋ ਲੋ weight ਹੈ, ਲੋਂਗਰ ਬੈਟਰੀ ਲਾਈਫ, ਇਹਦੀ ਜਿਹੜੀ ਬੈਟਰੀ ਪਾਵਰ ਹੈ, ਬੈਕਅਪ ਹੈ, ਉਹ ਕਾਫੀ ਲੰਬਾ ਹੈ, ਠੀਕ ਹੈ। ਸੋ ਸਬ ਨੋਟਬੁੱਕ ਆਰ ਯੂਜ਼ਲੀ ਸਮਾਲਰ ਐਂਡ ਲਾਈਟਰ ਦੈਨ ਸਟੈਂਡਰਡ ਲੈਪਟਾਪ, weighing between 0.8 and 2 ਕਿਲੋਗ੍ਰਾਮ, ਜਿਹਨੂੰ ਕਿ 2 ਤੋਂ 5 ਪਾਊਂਡ ਦੇ ਵਿੱਚ ਅਸੀਂ ਕਹਿ ਸਕਦੇ ਹਾਂ। ਵਿਦ ਬੈਟਰੀ ਲਾਈਫ ਐਕਸੀਡਿੰਗ 10 hours, ਮਤਲਬ 10 ਘੰਟੇ ਇਹਦਾ ਬੈਟਰੀ ਬੈਕਅਪ ਮੈਕਸਿਮਮ ਹੁੰਦਾ, ਠੀਕ ਹੈ। Since the introduction of notebook and ultrabook, the line between sub notebook and either category has blurred। notebook ਜਿਹਨੂੰ ਅਸੀਂ netbook ਵੀ ਕਹਿ ਦਿੰਦੇ ਹਾਂ, netbook are a more basic and cheaper type of sub netbook, and while some ultrabook have screen size too large to qualify as sub notebooks, certain ultrabook fit in the sub netbook category। One notable example, ਇਹਦੀ ਇੱਕ ਸਭ ਤੋਂ ਇੱਕ ਫੇਮਸ ਐਗਜ਼ਾਮਪਲ ਹੈ ਐਪਲ ਦੇ ਜਿਹੜੇ ਕੰਪਿਊਟਰ ਹੈ, ਐਪਲ ਮੈਕਬੁੱਕ ਏਅਰ, ਠੀਕ ਹੈ। ਕਾਫੀ ਜ਼ਿਆਦਾ ਪਪੂਲਰ ਕੰਪਿਊਟਰ ਸੀਗਾ, ਠੀਕ ਹੈ। ਇਹ ਇਸੇ ਟਾਈਪ ਦੇ ਵਿੱਚ ਆ ਜਾਂਦਾ, ਸਬ ਨੋਟਬੁੱਕ, ਠੀਕ ਹੈ। ਅੱਗੇ ਗੱਲ ਕਰੀਏ ਨੈਟਬੁੱਕ। ਨੈਟਬੁੱਕ ਮਤਲਬ ਨਾਮ ਤੋਂ ਸਾਨੂੰ ਲੱਗਦਾ ਪਿਆ ਨੈਟ ਬੁੱਕ, ਜਿਹੜਾ ਕਿ ਇੰਟਰਨੈਟ ਨੂੰ, ਇੰਟਰਨੈਟ ਇੱਕ ਬੇਸਿਕ ਜਾਂ ਐਡਵਾਂਸ ਫੀਚਰ ਦੇ ਰੂਪ ਵਿੱਚ ਇਸ ਲੈਪਟਾਪ ਦੇ ਅੰਦਰ ਹੁੰਦਾ, ਠੀਕ ਹੈ। ਸੋ ਨੈਟ ਯੂਜ਼ ਕਰਨ ਵਾਲਿਆਂ ਲਈ ਇਹ ਕੰਪਿਊਟਰ ਬਹੁਤ ਵਧੀਆ ਹੈ ਲੈਪਟਾਪ ਦਾ। ਨੈਟਬੁੱਕ ਲਾਈਟ ਵੇਟ ਹੈ, એનર્ਜੀ ਐਫੀਸ਼ੀਐਂਟ, ਬੜੀ ਘੱਟ ਪਾਵਰ ਲੈਂਦਾ ਹੈ, ਇਲੈਕਟ੍ਰਿਸਿਟੀ ਕੰਜ਼ੰਪਸ਼ਨ ਬਹੁਤ ਘੱਟ ਹੈ, ਸਪੈਸ਼ਲੀ ਸੂਟਡ ਫਾਰ ਵਾਇਰਲੈਸ ਕਮਿਊਨੀਕੇਸ਼ਨ। ਵਾਇਰਲੈਸ ਕਮਿਊਨੀਕੇਸ਼ਨ ਦੇ ਲਈ ਬਹੁਤ ਵਧੀਆ, ਠੀਕ ਹੈ। ਵਾਇਰਲੈਸ ਕਮਿਊਨੀਕੇਸ਼ਨ, ਇੰਟਰਨੈਟ ਐਕਸੈਸ ਦੇ ਲਈ ਬਹੁਤ ਵਧੀਆ। ਨੋਟਬੁੱਕ ਫਸਟ ਬਿਕਮ ਕਮਰਸ਼ੀਅਲੀ ਅਵੇਲੇਬਲ ਅਰਾਊਂਡ 2008, ਸਭ ਤੋਂ ਪਹਿਲਾਂ 2008 ਦੇ ਵਿੱਚ ਆਇਆ ਹੈ, ਠੀਕ ਹੈ। ਵਿਦ ਡਿਸਪਲੇ ਸਾਈਜ਼ ਅੰਡਰ 9 ਇੰਚ, ਔਰ ਇਹਦਾ ਜਿਹੜਾ ਡਿਸਪਲੇ ਸਾਈਜ਼ ਸੀਗਾ 9 ਇੰਚ ਸੀਗਾ। ਨੈਟਬੁੱਕ ਸੋਲਡ ਅਰਾਊਂਡ $300 to $500 ਉਸ ਟਾਈਮ ਤੇ ਜੋ ਇਹਦੀ ਕੋਸਟ ਸੀਗੀ 2008 ਦੇ ਵਿੱਚ। ਵੇਅਰ ਐਜ਼ ਸਮ ਨੈਟਬੁੱਕ ਮਾਡਲ ਵੁੱਡ ਸੈਲ ਫॉर $1000 or more, ਠੀਕ ਹੈ। ਦਿਸ prompted the use of netbook for education in school system। ਉਸ ਟਾਈਮ ਤੇ ਸਕੂਲ ਦੇ ਵਿੱਚ ਉਹਨੂੰ ਯੂਜ਼ ਕਰ ਸਕਦੇ ਸੀ, ਐਜੂਕੇਸ਼ਨ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਸੀ। ਸੋ ਇਹਦਾ ਨਾਮ ਨੈਟਬੁੱਕ ਸੀਗਾ। ਵਿਦ ਨੈਟ ਸ਼ਾਰਟ ਫॉर ਇੰਟਰਨੈਟ is used as the device excel in web based computing performance, ਠੀਕ ਹੈ। ਵੈਬ ਬੇਸਡ ਜਿੰਨੇ ਵੀ ਕੰਮ ਸੀਗੇ, ਵੈਬ ਡਿਵੈਲਪਰਸ ਉਹਨੂੰ ਯੂਜ਼ ਕਰਦੇ ਸੀ, ਠੀਕ ਹੈ। ਵੈਬਸਾਈਟਸ ਬਣਾਉਣ ਵਾਲੇ ਉਹਨੂੰ ਯੂਜ਼ ਕਰਦੇ ਸੀ ਕਿ ਆਫਿਸ ਦੇ ਵਿੱਚ ਕੰਮ ਕਰਨਾ ਜਾਂ ਘਰ ਦੇ ਵਿੱਚ ਕੰਮ ਕਰਨਾ, ਤੇ ਈਜ਼ੀਲੀ ਕੈਰੀ ਕਰਕੇ ਉਹਨੂੰ ਅਸੀਂ ਯੂਜ਼ ਕਰ ਸਕਦੇ ਸੀ। ਨੈਟਬੁੱਕ ਵਰ ਇਨੀਸ਼ੀਅਲੀ ਸੋਲਡ ਵਿਦ ਲਾਈਟ ਵੇਟ ਵੇਰੀਐਂਟ ਆਫ ਦਾ GNU ਆਪਰੇਟਿੰਗ ਸਿਸਟਮ। ਇਹਦੇ ਵਿੱਚ ਜਿਹੜਾ ਆਪਰੇਟਿੰਗ ਸਿਸਟਮ ਸੀ ਕਹਿੰਦਾ GNU ਆਪਰੇਟਿੰਗ ਸਿਸਟਮ ਸੀ। ਇੱਕ ਆਪਰੇਟਿੰਗ ਸਿਸਟਮ ਹੈ GNU, ਠੀਕ ਹੈ। ਲਾਈਨੈਕਸ ਬੇਸਡ ਆਪਰੇਟਿੰਗ ਸਿਸਟਮ ਹੈ ਔਰ ਓਪਨ ਸੋਰਸ ਹੈ। ਜਿੱਦਾਂ ਲਾਈਨੈਕਸ ਹੈ ਉਦਾਂ ਹੀ ਹੈ, ਲਾਈਨੈਕਸ ਨਹੀਂ ਹੈ, ਅਲੱਗ ਆਪਰੇਟਿੰਗ ਸਿਸਟਮ ਹੈ। ਇਹ
ਵਾਲਾ ਆਪਰੇਟਿੰਗ ਸਿਸਟਮ ਕਹਿੰਦਾ ਨੈਟਬੁੱਕ ਦੇ ਵਿੱਚ ਬੜਾ ਆਮ ਯੂਜ਼ ਹੁੰਦਾ ਸੀ ਉਸ ਟਾਈਮ ਤੇ। ਆਲਦੋ ਲੇਟਰ ਵਰਜ਼ਨਸ, ਬਾਕੀ ਕਹਿੰਦਾ ਉਹਦੇ ਬਾਅਦ ਜਿੰਨੀਆਂ ਵਿੰਡੋਜ਼ XP ਆਈ, ਵਿੰਡੋ 7 ਆਈ, ਉਹ ਸਾਰੀਆਂ ਦੇ ਵਿੱਚ ਕੰਪੈਟੀਬਲ ਸੀ, ਚੱਲ ਸਕਦੀਆਂ ਸੀ, ਠੀਕ ਹੈ। ਉਹਦੇ ਬਾਅਦ ਕਨਵਰਟੀਬਲ ਹਾਈਬ੍ਰਿਡ 2 in 1, ਠੀਕ ਹੈ। ਇਹ ਲੈਪਟਾਪ ਬਹੁਤ ਹੀ ਵਧੀਆ ਮਾਡਲ ਹੈ, ਕਨਵਰਟੀਬਲ 2 in 1 ਇਹਨੂੰ ਕਿਹਾ ਗਿਆ। 2 in 1 ਇਸ ਕਰਕੇ ਕਿਹਾ ਗਿਆ ਕਿਉਂਕਿ ਇਹਦੀ ਜਿਹੜੀ ਸਕਰੀਨ ਹੈ ਉਹਨੂੰ ਅਸੀਂ ਅੱਡ ਕਰ ਸਕਦੇ ਹਾਂ, ਅਲੱਗ ਕਰ ਸਕਦੇ ਹਾਂ ਆਪਣੇ ਕੰਪਿਊਟਰ ਨਾਲੋਂ, ਠੀਕ ਹੈ। ਸੋ ਕੀਬੋਰਡ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਤੁਸੀਂ ਅਲੱਗ ਕਰ ਸਕਦੇ ਹੋ, ਔਰ ਜਿਹੜਾ ਤੁਹਾਡਾ ਸਕਰੀਨ ਵਾਲਾ ਹਿੱਸਾ ਹੈ, ਸਕਰੀਨ ਵਾਲੇ ਹਿੱਸੇ ਨੂੰ ਵੀ ਤੁਸੀਂ ਅਲੱਗ ਕਰ ਸਕਦੇ ਹੋ, ਠੀਕ ਹੈ। ਸੋ ਇਸ ਕਰਕੇ ਇਹਨੂੰ ਕਨਵਰਟੀਬਲ ਕਿਹਾ ਗਿਆ ਔਰ 2 in 1 ਕਿਹਾ ਗਿਆ ਕਿ ਦੋ ਪੀਸ ਇੱਕੋ ਦੇ ਵਿੱਚ, ਮਤਲਬ ਇਹਨੂੰ ਕੈਰੀ ਕਰਨਾ ਕਿੰਨਾ ਸੌਖਾ ਹੋ ਜਾਏਗਾ। ਕੀਬੋਰਡ ਦੇ ਉੱਪਰ ਹੀ ਤੁਸੀਂ ਇਹਦੀ ਜਿਹੜੀ ਸਕਰੀਨ ਨੂੰ ਲਗਾ ਸਕਦੇ ਹੋ ਜੇਕਰ ਤੁਸੀਂ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਜਾਂ ਤੁਸੀਂ ਸਕਰੀਨ ਮੰਨ ਲਓ ਤੁਸੀਂ ਵੀਡੀਓ ਦੇਖਦੇ ਪਏ ਹੋ, ਆਡੀਓ ਦੇਖਦੇ ਪਏ ਹੋ, ਸੁਣਦੇ ਪਏ ਹੋ, ਤਾਂ ਤੁਸੀਂ ਉਹਨੂੰ ਉਹਦੀ ਸਕਰੀਨ ਨੂੰ ਉਤਾਰ ਕੇ ਤੇ ਤੁਸੀਂ ਆਰਾਮ ਨਾਲ ਇੱਕੋ ਹਿੱਸੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਉਹਨੂੰ ਡਿਸਪਲੇ ਕਰ ਸਕਦੇ ਹੋ, ਠੀਕ ਹੈ। ਜਾਂ ਤੁਸੀਂ ਕੀਬੋਰਡ ਯੂਜ਼ ਕਰਨਾ ਤਾਂ ਕੀਬੋਰਡ ਨੂੰ ਈਜ਼ੀਲੀ ਤੁਸੀਂ ਅਲੱਗ ਨਾ ਪਕੜ ਕੇ ਤਾਂ ਉਹਨੂੰ ਆਰਾਮ ਨਾਲ ਯੂਜ਼ ਕਰ ਸਕਦੇ ਹੋ, ਠੀਕ ਹੈ। ਸੋ ਬਹੁਤ ਦੇਖਣ ਵਿੱਚ ਬਹੁਤ ਵਧੀਆ ਕੰਬਾਈਨਡ ਫੀਚਰ। ਸੋ ਪੋਰਟੇਬਲ ਕੰਪਿਊਟਰ ਇੰਡਸਟਰੀ spawned a broad range of devices which combined feature of several previously separate devices types, ठीक है। The hybrid, convertible and 2 in 1 emerge as crossover devices which share traits of both tablets and laptops। so ਗੱਲ ਕਰੀਏ ਅੱਜ ਦੇ ਟਾਈਮ ਦੀ ਤਾਂ ਸਾਨੂੰ ਟੈਬਲੇਟਸ ਅਸੀਂ ਯੂਜ਼ ਕਰਦੇ ਹਾਂ ਜ਼ਿਆਦਾ। ਟੈਬਲੇਟ ਇਸ ਕਰਕੇ ਵੀ ਯੂਜ਼ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਮੈਮਰੀ ਕਾਰਡ ਚੱਲ ਪੈਂਦਾ, ਠੀਕ ਹੈ, ਔਰ ਇਹਦਾ ਸਾਈਜ਼ ਕਾਫੀ ਛੋਟਾ ਕੰਪੈਕਟ ਹੈ। ਪਰ ਟੈਬਲੇਟ 'ਚ ਉਹ ਫੀਚਰ ਨਹੀਂ ਸਾਨੂੰ ਮਿਲਦੇ ਜੋ ਸਾਡਾ ਲੈਪਟਾਪ ਦੇ ਸਕਦਾ। ਸੋ ਇਹਨਾਂ ਨੇ ਇੱਕ ਇਦਾਂ ਦਾ ਇੱਕ ਮਾਡਲ ਤਿਆਰ ਕੀਤਾ ਜਿਹੜਾ ਕਿ ਇੱਕ ਟੈਬਲੇਟ ਦਾ ਤੇ ਇੱਕ ਲੈਪਟਾਪ ਦਾ ਦੋਨਾਂ ਦੇ ਫੀਚਰ ਨੂੰ ਕੰਬਾਈਨ ਕਰਦਾ ਸੀ, ਠੀਕ ਹੈ। ਸੋ ਅਸੀਂ ਈਜ਼ੀਲੀ ਲੈਪਟਾਪ ਤੇ ਆਪਣੇ ਟੈਬਲੇਟ ਨੂੰ ਦੋਨਾਂ ਦਾ ਇੱਕੋ ਕੰਮ ਮਤਲਬ ਮਰਜ ਕਰਕੇ ਤੇ ਇਹਨੂੰ ਅਸੀਂ ਚਲਾ ਸਕਦੇ ਹਾਂ। ਆਲ ਸੱਚ ਡਿਵਾਈਸਿਸ ਹੈਵ ਅ ਟੱਚ ਸਕਰੀਨ। ਸੋ ਯਾਦ ਰੱਖਿਓ ਇਹਦੇ ਵਿੱਚ ਟੱਚ ਸਕਰੀਨ ਦਾ ਆਪਸ਼ਨ ਵੀ ਹੈ, ਠੀਕ ਹੈ। ਜ਼ਰੂਰੀ ਨਹੀਂ ਤੁਸੀਂ ਆਪਣੇ ਮਾਊਸ ਤੋਂ ਟੱਚ ਪੈਡ ਤੋਂ ਹੀ ਸਕਰੀਨ ਨੂੰ ਚਲਾ ਸਕਦੇ ਹੋ, ਉਹਨੂੰ ਤੁਸੀਂ ਟੱਚ ਕਰਕੇ ਵੀ ਕਿਸੇ ਵੀ ਆਪਸ਼ਨ ਨੂੰ ਟੱਚ ਕਰਕੇ ਆਈਕਨਸ ਨੂੰ ਓਪਨ ਕਰ ਸਕਦੇ ਹੋ। ਸੋ ਬਹੁਤ ਵਧੀਆ ਫੀਚਰ ਹੈ ਇਹਦਾ, ਠੀਕ ਹੈ। ਸੋ ਡਿਵਾਈਸਿਸ ਵਿਚ ਸ਼ੇਅਰ ਟ੍ਰੇਡਸ ਬੋਥ ਟੈਬਲੇਟ designed to allow use to work on tablet mode using either multi-touch gestures or styles, digital pens। और ਇਹਦੇ ਵਿੱਚ ਇੱਕ digital pen ਵੀ use ਹੋ ਸਕਦਾ। digital pen ਦੇ ਨਾਲ ਤੁਸੀਂ ਕਿਸੇ ਵੀ ਆਪਸ਼ਨ ਨੂੰ select ਕਰ ਸਕਦੇ ਹੋ, ਟੱਚ ਕਰ ਸਕਦੇ ਹੋ, ਠੀਕ ਹੈ। ਉਹ ਉੱਪਰ ਥੱਲੇ ਉਹਨੂੰ ਸਲਾਈਡ ਕਰ ਸਕਦੇ ਹੋ, ਫਲਿਪ ਫਲॉप ਕਰ ਸਕਦੇ ਹੋ, ਠੀਕ ਹੈ। ਸੋ ਕਨਵਰਟੀਬਲ ਆਰ ਡਿਵਾਈਸਿਸ ਵਿਦ ਦ ਐਬਿਲਿਟੀ ਟੂ ਕੰਸੀਲ ਅ ਹਾਰਡਵੇਅਰ ਕੀਬੋਰਡ। ਕੀਬੋਰਡਸ ਔਨ ਸੱਚ ਡਿਵਾਈਸਿਸ ਕੈਨ ਬੀ ਫਲਿਪਡ ਕਰ ਸਕਦੇ ਹੋ ਉਹਨੂੰ, ਠੀਕ ਹੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੁਸੀਂ ਸਕਰੀਨ ਨੂੰ ਸਲਾਈਡ ਕਰ ਸਕਦੇ ਹੋ, ਰੋਟੇਟਡ ਔਨ ਸਲਿਡ ਬਿਹਾਈਂਡ ਦ ਬੈਕ ਆਫ ਦ ਚੈਸਿਸ, thus transforming from a laptop into a tablets। ਹਾਈਬ੍ਰਿਡ ਹੈਵ ਅ ਕੀਬੋਰਡ ਡਿਟੈਚਮੈਂਟ ਮਤਲਬ ਕੀਬੋਰਡ ਨੂੰ ਤੁਸੀਂ ਅਲੱਗ ਕਰ ਸਕਦੇ ਹੋ, ਡਿਟੈਚ ਕਰ ਸਕਦੇ ਹੋ ਜੇਕਰ ਤੁਹਾਨੂੰ ਜ਼ਰੂਰਤ ਪੈਂਦੀ ਹੈ। ਐਂਡ ਡਿਊ ਟੂ ਦਿਸ ਫੀਚਰ all critical components are situated in the part with the display 2 in 1 can have a hybrid or a convertible form, often dubbed 2 in 1 detachable and 2 in 1 convertible ਵੀ ਇਸੇ ਕਰਕੇ ਕਹਿੰਦੇ ਆ ਇਹਨੂੰ, detachable ਵੀ ਇਹਨੂੰ ਕਹਿ ਸਕਦੇ ਆ, ਠੀਕ ਹੈ, ਹਾਈਬ੍ਰਿਡ ਵੀ ਕਹਿ ਸਕਦੇ ਆ, 2 in 1 ਵੀ ਕਹਿ ਸਕਦੇ ਆ, ਇਹਦੇ ਅਲੱਗ-ਅਲੱਗ ਨਾਮ ਹੈ, ਠੀਕ ਹੈ। ਸੋ ਸੱਚ ਐਸ ਇਹਦੇ ਵਿੱਚ ਕਿਹੜੀ ਆਪਰੇਟਿੰਗ ਸਿਸਟਮ ਕੰਮ ਕਰਦਾ। ਸੋ ਕਹਿੰਦਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਜਿਹੜੇ ਆ, ਕਿਉਂਕਿ ਇਹ ਅੱਜ ਦਾ ਕੰਪਿਊਟਰ ਹੈ, ਸੋ ਵਿੰਡੋ 10 ਹੋ ਗਿਆ, ਵਿੰਡੋ 7 8 ਸਾਰੀਆਂ ਵਿੰਡੋਜ਼ ਕੰਮ ਕਰਦੀਆਂ, ਠੀਕ ਹੈ। ਮੈਕ ਦੀਆਂ ਵੀ ਆਪਰੇਟਿੰਗ ਸਿਸਟਮ ਕੰਮ ਕਰ ਸਕਦੇ ਆ, ਲਾਈਨੈਕਸ ਕੰਮ ਕਰ ਸਕਦੀ, ਰੈਡ ਹੈਟ ਕੰਮ ਕਰ ਸਕਦੀ, ਇਹਦੇ ਵਿੱਚ ਕੋਈ ਵੀ ਆਪਰੇਟਿੰਗ ਸਿਸਟਮ ਕੰਮ ਕਰ ਸਕਦਾ, ਠੀਕ ਹੈ। ਸੋ ਇਸ ਲੈਪਟਾਪ ਨੇ ਜਿਹੜਾ ਟੈਬਲੇਟ ਨੂੰ ਵੀ ਅੱਜ ਦੇ ਟਾਈਮ 'ਚ ਰਿਪਲੇਸ ਕਰਕੇ ਤੇ ਤੁਸੀਂ ਇਸ ਲੈਪਟਾਪ ਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਸੋ ਦੇਖ ਲਓ ਇਹਦੀ ਫੋਟੋ ਪਿਕਚਰ ਹੈ, ਦੇਖੋ ਕਿੰਨਾ ਈਜ਼ੀਲੀ ਕੰਮ ਕਰ ਸਕਦੇ ਹਾਂ ਇਸ ਲੈਪਟਾਪ ਨੂੰ ਯੂਜ਼ ਕਰਕੇ ਅਸੀਂ। ਕੀਬੋਰਡ ਅਲੱਗ ਹੈ, ਇਹਦਾ ਮੋਨੀਟਰ ਅਲੱਗ ਹੈ, ਠੀਕ ਹੈ। ਸਕਰੀਨ ਦੇਖੋ, ਸਕਰੀਨ ਨੂੰ ਟੱਚ ਕਰ ਸਕਦੇ ਹੋ। 2 in 1 often ਲਾਈਟ ਡਿਵਾਈਸ ਹੈ, ਕਾਫੀ ਇਹਦਾ ਜਿਹੜਾ ਸਪੇਸ ਹੈ ਬਹੁਤ ਘੱਟ ਘੇਰਦੀ ਹੈ, ਠੀਕ ਹੈ। ਔਰ ਇਹਦੀ ਜਿਹੜੀ ਸਕਰੀਨ ਹੈ ਨਾ, ਯਾਦ ਰੱਖਿਓ ਇਹਦੀ 0.39 ਇੰਚ ਸਕਰੀਨ ਹੈ,
ठीक है, बहुत ही पतली, जिद्दां एक रुपया हुंदा ना, रुपये दा ਜਿਹੜਾ ਸਾਈਜ਼ ਹੈ ਉਦਾਂ ਦੀ ਸਕਰੀਨ ਹੈ ਦੀ, ਬਹੁਤ ਪਤਲੀ ਸਕਰੀਨ ਹੈ। ਔਰ ਇਹਦੇ ਵਿੱਚ CD ROM ਵਗੈਰਾ ਨਹੀਂ ਲਗਾਏ ਗਏ, DVD ROM CD ROM ਨਹੀਂ ਲਗਾਏ ਗਏ, ਕਿਉਂਕਿ ਇਹ ਕਾਫੀ ਪਤਲਾ ਹੈ। ਠੀਕ ਹੈ, 10 ਮਿਲੀਮੀਟਰ ਇਹਦੀ ਜਿਹੜੀ ਥਿਕਨੈਸ ਹੈ ਕਾਫੀ ਘੱਟ ਹੈ, ਇਸ ਕਰਕੇ ਇਹਦੇ ਵਿੱਚ ਤੁਸੀਂ ਅਲੱਗ ਤੋਂ ਹਾਰਡਵੇਅਰ ਲੈ ਸਕਦੇ ਹੋ, ਅਲੱਗ ਤੋਂ CD ROM ਨੂੰ ਲਗਾ ਸਕਦੇ ਹੋ, ਬਟ ਕੰਪਨੀ ਵੱਲੋਂ ਫਿਟਡ ਨਹੀਂ ਹੈ। ਠੀਕ ਹੈ, ਸੋ ਇਹਦੇ ਵਿੱਚ 8086 ਆਰਕੀਟੈਕਚਰ CPU, ਕੋਈ ਵੀ ਜਿਹੜੇ ਪ੍ਰੋਸੈਸਰ ਹੈ ਜਿਹੜੇ ਅੱਜ ਕੱਲ੍ਹ ਚੱਲਦੇ ਪਿਆ, ਜਿੱਦਾਂ i5 ਹੋ ਗਿਆ, ਇੰਟਲ ਕੋਰ i5 i7, ਉਹ ਸਾਰੇ ਪ੍ਰੋਸੈਸਰ ਜਿਹੜੇ ਆ ਉਹਨਾਂ ਨੂੰ ਯੂਜ਼ ਕਰਕੇ ਲੈਪਟਾਪ ਤਿਆਰ ਕਰ ਸਕਦੇ ਹਾਂ। ਰਨ ਫੁੱਲ ਫੀਚਰ ਡੈਸਕਟਾਪ ਆਪਰੇਟਿੰਗ ਸਿਸਟਮ ਵਿੰਡੋ 10 ਯੂਜ਼ ਕਰ ਸਕਦੇ ਹਾਂ। ਕਾਫੀ ਸਾਰੇ ਪੋਰਟਸ ਹੁੰਦੇ ਆ ਇਹਦੇ ਅੰਦਰ, USB ਪੋਰਟ ਹੋ ਸਕਦਾ, ਮਿਨੀ ਡਿਸਪਲੇ ਪੋਰਟ ਹੋ ਸਕਦਾ। ਠੀਕ ਹੈ, ਏਸਿਸ ਇੱਕ ਕੰਪਨੀ ਹੈ ਜਿਹੜੀ ਇਹ ਬਣਾਉਂਦੀ ਹੈ ਲੈਪਟਾਪ। example of hybrid with detachable keyboard design with do not fall in category 2 in 1 ਕਹਿ ਸਕਦੇ ਹਾਂ। ਠੀਕ ਹੈ, ਨੈਕਸਟ ਲੈਪਟਾਪ ਦੀ ਗੱਲ ਕਰੀਏ, ਬਿਜ਼ਨਸ ਲੈਪਟਾਪ। ਬਿਜ਼ਨਸ ਲੈਪਟਾਪ ਉਹ ਵਾਲਾ ਲੈਪਟਾਪ ਹੋ ਸਕਦਾ ਜਿਹਦੇ ਅੰਦਰ ਸਾਨੂੰ ਸਾਰੇ ਫੀਚਰਸ ਜਿਹੜੇ ਆ ਅੱਜ ਦੇ ਸਮਾਰਟ ਫੀਚਰ ਜਿਹੜੇ ਆ ਉਹ ਮਿਲ ਸਕਣ। ਠੀਕ ਹੈ, ਸਮਾਰਟ ਫੀਚਰ ਦੀ ਗੱਲ ਕਰੀਏ ਤੇ ਸਮਾਰਟ ਫੀਚਰ ਇਦਾਂ ਹੈ ਕਿ ਜਿੱਦਾਂ ਅਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹਾਂ ਤਾਂ ਉਧਰ ਐਂਟਰੀ ਤਾਂ ਹੀ ਹੋਏਗੀ ਜੇਕਰ ਉਧਰ ਬਾਇਓਮੈਟ੍ਰਿਕ ਅਟੈਂਡੈਂਸ ਹੋਏਗੀ। ਠੀਕ ਹੈ, ਸੋ ਇਸ ਲੈਪਟਾਪ ਦੇ ਅੰਦਰ ਇੱਕ ਫੀਚਰ ਹੈ, ਠੀਕ ਹੈ, ਫਿੰਗਰਪ੍ਰਿੰਟ ਸਕੈਨਰ। ਸੋ ਫਿੰਗਰਪ੍ਰਿੰਟ ਸਕੈਨਰ ਲੱਗਿਆ ਹੁੰਦਾ ਜਿਹਦੇ ਨਾਲ ਤੁਸੀਂ ਆਪਣੀ ਫਿੰਗਰ ਲਗਾ ਕੇ ਤੁਸੀਂ ਆਪਣੀ ਆਇਡੈਂਟੀਟੀ ਸ਼ੋ ਕਰ ਸਕਦੇ ਹੋ, ਜਾਂ ਕੋਈ ਵੀ ਜਿਹਦਾ ਲੈਪਟਾਪ ਹੈ ਉਹ ਆਪਣੀ ਫਿੰਗਰ ਨੂੰ ਸਕੈਨ ਕਰੇਗਾ ਤਾਂ ਹੀ ਉਹ ਲੈਪਟਾਪ ਓਪਨ ਹੋਏਗਾ, ਔਨ ਹੋਏਗਾ। ਠੀਕ ਹੈ, ਸੋ ਇਹਦੇ ਵਿੱਚ ਸਮਾਰਟ ਫੀਚਰਸ ਹੈਗੇ ਆ। ਸਮਾਰਟ ਕਾਰਡ ਯੂਜ਼ ਕਰ ਸਕਦੇ ਆ ਇੱਧਰ, ਸਮਾਰਟ ਕਾਰਡ ਰੀਡਰ ਮਤਲਬ ਜਿੱਦਾਂ ਮੈਮਰੀ ਕਾਰਡ ਹੁੰਦਾ, ਜਾਂ ਫਿਰ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਹੈ ਜਾਂ ਕੋਈ ਇਦਾਂ ਦੇ ਕਾਰਡ ਹੈ ਜਿਹੜੇ ਸਮਾਰਟ ਹੈ। ਠੀਕ ਹੈ, ਉਹ ਕਾਰਡਸ ਨੂੰ ਵੀ ਤੁਸੀਂ ਇਹਦੇ ਵਿੱਚ ਤੁਸੀਂ ਰੀਡ ਕਰ ਸਕਦੇ ਹੋ, ਉਹਦੀ ਅਥੈਂਟੀਕੇਸ਼ਨ ਪ੍ਰੂਫ ਕਰ ਸਕਦੇ ਹੋ, ਜਾਂ ਉਹਨੂੰ ਪ੍ਰੋਸੈਸ ਕਰ ਸਕਦੇ ਹੋ। ਠੀਕ ਹੈ, ਪੇਮੈਂਟ ਕਰ ਸਕਦੇ ਹੋ। ਠੀਕ ਹੈ, ਇਹ ਸਾਰੇ ਸਮਾਰਟ ਵਰਕ ਜਿਹੜੇ ਆ ਇਸ ਲੈਪਟਾਪ ਦੇ ਅੰਦਰ ਹੁੰਦੇ ਆ, ਇਸ ਕਰਕੇ ਇਹਨੂੰ ਬਿਜ਼ਨਸ ਲੈਪਟਾਪ ਕਹਿੰਦੇ ਆ। ਠੀਕ ਹੈ, ਬਿਜ਼ਨਸ ਲੈਪਟਾਪ ਇਜ਼ ਲੈਪਟਾਪ ਡਿਜ਼ਾਈਨਡ ਫॉर ਦੋਜ਼ ਇਨ ਅ ਵਰਕ ਪਲੇਸ ਵਾਈਲ ਇਨ ਆਫਿਸ ਔਰ ਟਰੈਵਲ। ਕਿਤੇ ਵੀ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ, ਆਫਿਸ 'ਚ, ਠੀਕ ਹੈ, ਜਾਂ ਟਰੈਵਲ ਦੇ ਟਾਈਮ ਤੇ। ਨੈਕਸਟ ਲੈਪਟਾਪ ਦੇ ਹਾਰਡਵੇਅਰ ਦੀ ਗੱਲ ਕਰੀਏ। ਲੈਪਟਾਪ ਹਾਰਡਵੇਅਰ ਸਿਮਿਲਰ ਜਿੱਦਾਂ ਡੈਸਕਟਾਪ ਕੰਪਿਊਟਰ ਹੈ, ਉਦਾਂ ਹੀ ਲੈਪਟਾਪ ਦਾ ਵੀ ਹਾਰਡਵੇਅਰ ਆਪਣਾ ਹੁੰਦਾ। ਠੀਕ ਹੈ, ਉਸ ਹਾਰਡਵੇਅਰ ਦੇ ਅੰਦਰ ਲਗਭਗ ਡੈਸਕਟਾਪ ਵਾਲੀਆਂ ਸਾਰੀਆਂ ਫੰਕਸ਼ਨੈਲਿਟੀਜ਼ ਹੁੰਦੀਆਂ। ਠੀਕ ਹੈ, ਉਹਦੇ ਨਾਲ ਨਾਲ ਇਹਦੇ ਵਿੱਚ ਐਕਸਟਰਾ ਫੰਕਸ਼ਨੈਲਿਟੀਜ਼ ਵੀ ਤੁਸੀਂ ਦੇਖੀਆਂ ਕਿ ਲੈਪਟਾਪ ਦੇ ਅੰਦਰ ਹੁੰਦੀਆਂ, ਜਿੱਦਾਂ ਟੱਚ ਪੈਡ ਹੋ ਗਿਆ। ਠੀਕ ਹੈ, ਇਹਦੇ ਵਿੱਚ ਇੰਸਟਾਲਡ ਕੀਬੋਰਡ ਹੈ। ਠੀਕ ਹੈ, ਸੋ ਬੇਸਿਕ ਕੰਪੋਨੈਂਟ ਤੇ ਹੈਗੇ ਆ ਕੁਝ ਮੇਜਰ ਕੰਪੋਨੈਂਟ, ਟ੍ਰੈਡੀਸ਼ਨਲ ਔਰ ਨਿਊ ਕੰਪੋਨੈਂਟਸ ਵੀ ਜਿਹੜੇ ਆ ਲੈਪਟਾਪ ਦੇ ਅੰਦਰ ਹੈਗੇ ਆ, ਉਹ ਸਾਰੇ ਅਸੀਂ ਐਕਸਪਲੇਨ ਕਰਦੇ ਹਾਂ। ਇਹਦਾ ਜਿਹੜਾ ਡਿਜ਼ਾਈਨ ਹੈ, restriction on power, size and cooling of laptop limit the maximum performance of laptop parts compared to that of the desktop component, although that difference has increasingly narrowed। so ਲੈਪਟਾਪ ਦੇ ਵਿੱਚ ਦੇਖੋ ਤੁਸੀਂ, ਸਭ ਤੋਂ ਪਹਿਲੇ LCD ਡਿਸਪਲੇ ਹੈ। ਠੀਕ ਹੈ, LCD ਡਿਸਪਲੇ ਜਿਹਦੇ ਤੇ ਲੱਗੀ ਹੈ ਉਹਦੇ ਪਿੱਛੇ ਪਲਾਸਟਿਕ ਕੇਸ ਹੈ। ਫਿਰ USB ਪੋਰਟ ਇੱਕ ਇਦਾਂ ਦਾ ਪੋਰਟ ਜਿਹਦੇ ਵਿੱਚ ਕੋਈ ਵੀ ਤੁਸੀਂ ਡਿਵਾਈਸ, ਨਵੀਂ ਡਿਵਾਈਸ ਨੂੰ ਅਟੈਚ ਕਰ ਸਕਦੇ ਹੋ। ਠੀਕ ਹੈ, ਇਹਦੇ ਤੇ ਅਟੈਚ ਕਰ ਸਕਦੇ ਹੋ, ਮੋਡਮ ਲਗਾਉਣਾ, ਪੈਨ ਡਰਾਈਵ ਲਗਾਣੀ ਹੈ। ਠੀਕ ਹੈ, ਕੋਈ ਵੀ ਕਾਰਡ ਰੀਡਰ ਲਗਾਉਣਾ ਤੁਸੀਂ, ਉਹ ਸਾਰਾ ਕੁਝ ਲਗਾ ਸਕਦੇ ਹੋ USB ਪੋਰਟ ਤੇ। ਵਾਇਰਲੈਸ ਮਤਲਬ ਇਹਦਾ ਵਾਈਫਾਈ ਜਿਹੜਾ ਉਹਨੂੰ ਔਨ ਕਰ ਸਕਦੇ ਹੋ, ਵਾਈਫਾਈ ਵੀ ਹੁੰਦਾ ਇਹਦੇ ਅੰਦਰ। ਕੀਬੋਰਡ, DVD CD ਰੀਡਰ। ਠੀਕ ਹੈ, DVD CD ਰੀਡਰ ਵੀ ਇਹਦਾ ਹੈਗਾ। ਪੁਆਇੰਟਿੰਗ ਡਿਵਾਈਸ ਜਿਹੜਾ ਟੱਚ ਪੈਡ ਹੈ, ਬੈਟਰੀ ਹੈ ਇਹਦੇ ਅੰਦਰ। ਹੋਰ ਬਰੋਡ ਇਹਨੂੰ ਐਕਸਪਲੇਨ ਕਰੀਏ ਤੇ ਇਹ ਦੇਖੋ, ਇੱਕ ਸਾਈਡ ਤੇ ਲੈਪਟਾਪ ਦੇ ਅੰਦਰ ਜੋ ਵੀ ਫੀਚਰਸ ਹੈ, ਦੂਸਰੀ ਸਾਈਡ ਤੇ ਜਿੰਨੇ ਵੀ ਉਹਦੇ ਅੰਦਰ ਡਿਵਾਈਸਿਸ ਹੈਗੀਆਂ ਲੱਗੀਆਂ ਉਹ ਦੇਖੋ ਤੁਸੀਂ। तो सब तो पहले लैपटॉप के अंदर भी माइक्रो प्रोसैसर है। माइक्रो प्रोसैसर जड़ा ਉਹਦੇ ਨਾਲ देखो दोनों साइड ਤੇ ਇਹਦੇ ਨਾਲ ਕੰਪੋਨੈਂਟਸ ਲੱਗੇ ਹੋਏ ਆ। ਇੱਕ ਸਾਈਡ ਇਨਪੁਟ ਕੰਪੋਨੈਂਟ, ਇਨਪੁਟ ਡਿਵਾਈਸਿਸ ਹੈਗੀਆਂ ਜਿੱਦਾਂ ਮਾਊਸ, ਟਰੈਕ ਬਾਲ, ਟੱਚ ਪੈਡ, ਕੀਬੋਰਡ। ਠੀਕ ਹੈ। ਦੂਸਰੀ ਸਾਈਡ ਤੇ ਦੇਖੋ ਆਊਟਪੁੱਟ ਡਿਵਾਈਸਿਸ ਹੈ ਜਿੱਦਾਂ ਕਿ LCD ਡਿਸਪਲੇ ਜਾਂ ਮੋਨੀਟਰ ਵੀ ਤੁਸੀਂ ਲਗਾ ਸਕਦੇ ਹੋ। HDMI ਕੇਬਲ, HDMI ਪੋਰਟ ਦੇ ਨਾਲ ਤੁਸੀਂ ਮੋਨੀਟਰ ਵੀ ਯੂਜ਼ ਕਰ ਸਕਦੇ ਹੋ ਆਪਣੇ ਲੈਪਟਾਪ ਦੇ ਨਾਲ।
ਲੈਪਟਾਪ ਦੀ ਸਕਰੀਨ ਬੰਦ ਹੋ ਜਾਏਗੀ, ਤੁਹਾਡਾ ਮੋਨੀਟਰ ਚੱਲ ਪਏਗਾ। ਜਾਂ ਤੁਸੀਂ ਪ੍ਰੋਜੈਕਟਰ ਵੀ ਲਗਾ ਸਕਦੇ ਹੋ ਲੈਪਟਾਪ ਦੇ ਨਾਲ। ਤੁਸੀਂ ਦੇਖਿਆ ਕਿ ਅਸੀਂ ਲੈਪਟਾਪ ਦੇ ਨਾਲ ਈਜ਼ੀਲੀ ਕੋਈ ਪ੍ਰੋਜੈਕਟਰ ਲਗਾ ਸਕਦੇ ਹਾਂ, ਠੀਕ ਹੈ। ਪਾਵਰ ਦੇ ਨਾਲ ਬੈਟਰੀ ਹੈ, ਦੇਖੋ ਬੈਟਰੀ ਬੈਕਅਪ ਹੈ, ਏਸੀ ਆਂਦੀ ਹੈ, ਏਸੀ ਸਪਲਾਈ ਆ ਰਹੀ ਹੈ, ਉਹਦੇ ਨਾਲ ਸਾਡੀ ਬੈਟਰੀ ਜਿਹੜੀ ਹੈ ਚਾਰਜ ਹੋ ਰਹੀ ਹੈ, ਨਾਲ ਚਾਰਜ ਹੋ ਰਹੀ ਹੈ, ਠੀਕ ਹੈ। ਸੋ ਮਾਈਕਰੋ ਪ੍ਰੋਸੈਸਰ ਦੇ ਥੱਲੇ ਸਾਈਡ ਦੇਖੋ ਤੁਸੀਂ ਡਾਟਾ ਸਟੋਰੇਜ ਡਿਵਾਈਸਿਸ ਹੈ, ਜਿੱਦਾਂ ਕਿ ਹਾਰਡ ਡਿਸਕ ਲੱਗੀ ਹੈ। ਫਲੋਪੀ ਡਿਸਕ ਪਹਿਲਾਂ ਯੂਜ਼ ਹੁੰਦੀ ਸੀ, ਹੁਣ ਨਵੇਂ ਜਿਹੜੇ ਜਿੰਨੇ ਵੀ ਲੈਪਟਾਪ ਆ ਉਹਦੇ ਵਿੱਚ ਫਲੋਪੀ ਡਿਸਕ ਕਿਸੇ 'ਚ ਨਹੀਂ ਆ ਰਹੀ, ਠੀਕ ਹੈ। ਉਹਦੇ ਬਾਅਦ CD DVD ਵੀ ਲਗਾ ਸਕਦੇ ਹਾਂ, ਪ੍ਰਿੰਟਰ ਲਗਾ ਸਕਦੇ ਹਾਂ, ਮੋਡਮ ਵੀ ਲੱਗਿਆ ਹੁੰਦਾ, ਲਗਾ ਸਕਦੇ ਹੋ ਤੁਸੀਂ। ਰੋਮ ਹੁੰਦੀ ਹੈ, ਰੈਮ, ਵਾਇਰਲੈਸ ਪੋਰਟ ਦੇਖੋ, ਵਾਈਫਾਈ ਪੋਰਟ ਜਿਹੜਾ ਹੈਗਾ ਉਹ ਵੀ ਤੁਹਾਡੇ ਲੈਪਟਾਪ ਦੇ ਅੰਦਰ ਹੁੰਦਾ ਹੈ। ਇਹ ਸਾਰੇ ਇਹਦੇ ਹਾਰਡਵੇਅਰ ਹੈ। ਸੋ ਇਹਨੂੰ ਅਸੀਂ ਐਕਸਪਲੇਨ ਕਰਦੇ ਹਾਂ। ਸਭ ਤੋਂ ਪਹਿਲਾਂ ਡਿਸਪਲੇ ਦੀ ਗੱਲ ਕਰੀਏ। ਡਿਸਪਲੇ ਮਤਲਬ ਕਿ ਜਿਹੜੀ ਸਕਰੀਨ ਹੋਏਗੀ ਤੁਹਾਡੀ ਲੈਪਟਾਪ ਦੀ, ਠੀਕ ਹੈ, ਸਕਰੀਨ ਜਿਹੜੀ ਉਹਦਾ ਕੀ ਰਿਜ਼ੋਲੂਸ਼ਨ ਹੋਏਗਾ, ਜਿੰਨਾ ਵਧੀਆ ਰਿਜ਼ੋਲੂਸ਼ਨ ਹੋਏਗਾ ਉਨੀ ਤੁਹਾਡੀ ਜਿਹੜੀ ਹੈ ਤੁਹਾਡਾ ਸਕਰੀਨ ਜਿਹੜੀ ਹੈ ਉਹ ਜ਼ਿਆਦਾ ਵਧੀਆ ਦਿਸੇਗੀ, ਉਹਦੀ ਕੁਆਲਿਟੀ ਬਹੁਤ ਵਧੀਆ ਦਿਸੇਗੀ ਜਿੰਨੀ ਜ਼ਿਆਦਾ ਉਹਦੀ ਰਿਜ਼ੋਲੂਸ਼ਨ ਹੋਏਗੀ, ਠੀਕ ਹੈ। ਸੋ LCD ਪੈਨਲ ਦੀ ਰਿਜ਼ੋਲੂਸ਼ਨ ਤੇ ਡਿਪੈਂਡ ਕਰਦਾ, ਜੋ ਰਿਜ਼ੋਲੂਸ਼ਨ ਹੈ ਉਹਦੇ ਪਿਕਸਲ ਤੇ ਡਿਪੈਂਡ ਕਰਦੀ ਹੈ। ਪਿਕਸਲ ਮਤਲਬ ਪਿਕਚਰ ਐਲੀਮੈਂਟ, ਇੱਕ ਸਮਾਲੈਸਟ ਐਲੀਮੈਂਟ ਜਿਹਦੇ ਨਾਲ ਸਾਡੀ ਸਕਰੀਨ ਜਿਹੜੀ ਹੈ ਉਹ ਡਿਸਪਲੇ ਹੁੰਦੀ ਹੈ, ਠੀਕ ਹੈ। ਸੋ ਨੰਬਰ ਆਫ ਪਿਕਸਲਸ ਆਰ ਕੰਬਾਈਨਡ ਐਂਡ ਮੇਕ ਦਾ ਪਿਕਚਰ, ਠੀਕ ਹੈ। ਸੋ ਡਾਟ ਜਿਹੜੇ ਹੁੰਦੇ ਆ, ਇੱਕ ਸਿੰਗਲ ਡਾਟ ਜਿਹੜਾ ਉਹਨੂੰ ਅਸੀਂ ਪਿਕਸਲ ਕਹਿੰਦੇ ਆ। ਸੋ ਜਿੱਦਾਂ ਡਾਟ ਮਿਲਦੇ ਜਾਂਦੇ ਆ, ਜ਼ਿਆਦਾ ਹੁੰਦੇ ਜਾਂਦੇ ਆ, ਅਲੱਗ-ਅਲੱਗ ਕਲਰ ਦੇ ਡਾਟਸ ਹੁੰਦੇ ਆ, ਸੋ ਉਹ ਇੱਕ ਪਿਕਚਰ ਨੂੰ ਮੇਨਟੇਨ ਕਰਦੇ ਆ, ਪਿਕਚਰ ਨੂੰ ਡਿਸਪਲੇ ਕਰਦੇ ਆ, ਠੀਕ ਹੈ। ਸੋ ਜਿੰਨੇ ਜ਼ਿਆਦਾ ਡਾਟਸ ਹੋਣਗੇ ਪਰ ਇੰਚ ਦੇ ਵਿੱਚ, 1 ਇੰਚ ਦੇ ਵਿੱਚ ਜਿੰਨੇ ਡਾਟਸ ਜ਼ਿਆਦਾ ਹੋਣਗੇ ਉਨੀ ਤੁਹਾਡੀ ਇਮੇਜ ਜਿਹੜੀ ਬਹੁਤ ਵਧੀਆ ਹੋਏਗੀ, ਕੁਆਲਿਟੀ ਵਾਈਜ਼ ਹੋਏਗੀ, ਠੀਕ ਹੈ। ਸਾਨੂੰ ਇਦਾਂ ਲੱਗੇਗੀ ਹਾਈ ਡੈਫੀਨੇਸ਼ਨ ਪਿਕਚਰ ਹੈ। ਦੇਖਦੇ ਹੋ ਨਾ ਤੁਸੀਂ ਆਨਲਾਈਨ ਜਦੋਂ ਮੂਵੀਜ਼ ਦੇਖਦੇ ਆ ਤੇ ਜਿੰਨੀ HD ਕੁਆਲਿਟੀ ਜਿਹੜੀ ਹੈ ਉਹ ਮਤਲਬ ਤੁਹਾਡੇ ਜਿਹੜਾ ਮੋਨੀਟਰ ਦੀ ਵੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਵਧੀਆ, ਰਿਜ਼ੋਲੂਸ਼ਨ ਬਹੁਤ ਵਧੀਆ ਉਹਦੀ, ਠੀਕ ਹੈ। ਸੋ ਲੈਪਟਾਪ ਕਹਿੰਦਾ 13 ਇੰਚ 33 ਸੈਂਟੀਮੀਟਰਸ ਹੁੰਦਾ ਐਂਡ ਕਲਰ ਐਕਟਿਵ ਮੈਟ੍ਰਿਕਸ ਡਿਸਪਲੇ ਬੇਸਡ ਔਨ LED ਲਾਈਟਿੰਗ ਵਿਦ ਰਿਜ਼ੋਲੂਸ਼ਨ ਇਹਦੀ ਕਹਿੰਦਾ 1280 into 800, ਠੀਕ ਹੈ। ਇਹ ਵਾਲੀ ਡਿਸਪਲੇ ਦੀ ਰਿਜ਼ੋਲੂਸ਼ਨ ਹੈ। ਫਿਰ 1366 into 768 ਦੀ ਦੂਸਰੀ ਰਿਜ਼ੋਲੂਸ਼ਨ ਹੈ ਦੀ, ਠੀਕ ਹੈ। ਕੋਈ ਵੀ ਰਿਜ਼ੋਲੂਸ਼ਨ ਜਿੰਨੀ ਜ਼ਿਆਦਾ ਹੋਏਗੀ ਉਨਾ ਵਧੀਆ ਤੁਹਾਡਾ ਲੈਪਟਾਪ ਦਾ ਡਿਸਪਲੇ ਹੋਏਗਾ, ਠੀਕ ਹੈ। ਸੋ ਨੈਟਬੁੱਕ ਜਿਹੜਾ ਉਹਦੇ ਅੰਦਰ 10 ਇੰਚ ਦੀ ਸਕਰੀਨ ਹੁੰਦੀ ਹੈ, 25 ਸੈਂਟੀਮੀਟਰ, ਔਰ ਸਮਾਲਰ ਸਕਰੀਨ ਟਿਪੀਕਲੀ ਯੂਜ਼ ਐਸ ਰਿਜ਼ੋਲੂਸ਼ਨ, ਤੇ ਉਹਦਾ ਰਿਜ਼ੋਲੂਸ਼ਨ ਜਿਹੜਾ ਹੁੰਦਾ 1024 into 600, ਠੀਕ ਹੈ। ਨੈਟਬੁੱਕ ਐਂਡ ਸਬ ਨੈਟਬੁੱਕ ਵਿਦ ਐਨ 11.6 ਇੰਚਸ 29 ਸੈਂਟੀਮੀਟਰ और 12 इंचेस मतलब 30 सेंटीमीटर स्क्रीन यूज स्टैंडर्ड नोटबुक रिजोल्यूशन, ठीक है। नोटबुक ਜਿਹੜਾ ਉਹਦੇ ਅੰਦਰ ਸਟੈਂਡਰਡ ਰਿਜ਼ੋਲੂਸ਼ਨ ਜਿਹੜੀ ਇੰਨੀ ਹੈ। ਟਿਪੀਕਲੀ 15 ਇੰਚ, ਹੁਣ ਜਿਹੜਾ ਸਭ ਤੋਂ ਵੱਡਾ ਲੈਪਟਾਪ ਜਿਹੜਾ 15 ਇੰਚ ਦਾ ਉਹਦੀ ਜਿਹੜੀ ਸਕਰੀਨ ਰਿਜ਼ੋਲੂਸ਼ਨ ਹੈ ਕਹਿੰਦਾ ਉਹਦੀ ਸਭ ਤੋਂ ਵੱਧ ਹੁੰਦੀ, ਕਿਉਂਕਿ ਉਹਦਾ ਸਾਈਜ਼ ਵੱਡਾ ਹੈ ਤੇ ਰਿਜ਼ੋਲੂਸ਼ਨ ਵੀ ਉਹਦੀ ਵੱਧ ਹੋਏਗੀ, ਠੀਕ ਹੈ। ਸੋ ਉਹਦਾ ਰਿਜ਼ੋਲੂਸ਼ਨ ਹੈਗਾ 3200 into 1800 ਆਰ ਅਵੇਲੇਬਲ, ਠੀਕ ਹੈ। ਉਹਦੇ ਬਾਅਦ ਲੈਪਟਾਪ ਦੇ ਅੰਦਰ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, ਸਭ ਤੋਂ ਜ਼ਰੂਰੀ ਚੀਜ਼, ਠੀਕ ਹੈ, ਜਿਹਦੇ ਨਾਲ ਕੰਪਿਊਟਰ ਵੀ ਕੰਮ ਕਰਦਾ। ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਹੜਾ ਉਹ ਇੱਕ ਬ੍ਰੇਨ ਦਾ ਕੰਮ ਕਰਦਾ, ਜਿੱਦਾਂ ਕਿ ਡੈਸਕਟਾਪ ਕੰਪਿਊਟਰ ਦੇ ਅੰਦਰ, ਠੀਕ ਹੈ। ਸੋ CPU ਵੀ ਕਹਿ ਸਕਦੇ ਇਹਨੂੰ ਅਸੀਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ, ਠੀਕ ਹੈ। ਸੋ 6 ਕੋਰ ਐਂਡ 8 ਕੋਰ ਮਾਡਲਸ ਆਰ ਆਲਸੋ ਅਵੇਲੇਬਲ for low price and mainstream performance. There is no longer a significant performance difference between laptop and desktop CPU. मतलब ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ, ਬਸ ਸਾਈਜ਼ ਨੂੰ ਘਟਾਇਆ ਹੈ। ਲੈਪਟਾਪ ਦੇ ਅੰਦਰ ਜਿਹੜਾ CPU ਹੋਏਗਾ ਉਹ ਸਮਾਲਰ ਸਾਈਜ਼ ਦਾ ਹੋਏਗਾ, ਪਰ ਜਿਹੜਾ ਡੈਸਕਟਾਪ ਤੇ ਹੋਏਗਾ ਉਹਦਾ ਸਾਈਜ਼ ਵੱਡਾ ਹੋਏਗਾ। ਸਪੀਡ ਸੇਮ ਹੈ, ਸਪੀਡ ਜਿੱਦਾਂ ਡਿਊਲ ਕੋਰ ਹੈ ਤਾਂ ਡਿਊਲ ਕੋਰ ਦੀ ਸੇਮ ਸਪੀਡ ਹੋਏਗੀ, ਠੀਕ ਹੈ। 1.6 ਗੀਗਾਹਰਟਜ਼, 1.7 ਗੀਗਾਹਰਟਜ਼, 2.3 ਗੀਗਾਹਰਟਜ਼, ਠੀਕ ਹੈ। ਗੀਗਾਹਰਟਜ਼ ਦੇ ਵਿੱਚ ਜਿਹੜੀ CPU ਦੀ ਸਪੀਡ ਹੁੰਦੀ ਹੈ, ਠੀਕ ਹੈ। ਸੋ ਫਾਸਟੈਸਟ desktop CPU still substantially outperform the fastest laptop processor at the expense of अजय सर massively जी ਅਸੀਂ higher within 2 power minutes over consumption. करना अजय सर। Okay ma'am, हाँ जी जी, जी yes ma'am. टाइम हो रहा है जी। The fastest laptop processor top out 56 watts of heat, ठीक है। हीट ਜਿਹੜੀ ਹੈ 56 ਵਾਟਸ ਹੀਟ ਕੰਜ਼ਿਊਮ ਕਰਦਾ ਹੈ, ਤੋਂ ਲੈ ਕੇ 150 ਵਾਟ ਤੱਕ ਜਿਹੜੀ
ਸਾਡਾ ਡੈਸਕਟਾਪ ਕਰਦਾ। ਉਹਦੇ ਬਾਅਦ ਗ੍ਰਾਫਿਕਸ ਯੂਜ਼ ਜਿਹੜੇ ਕਰਦੇ ਆ, ਠੀਕ ਹੈ, ਗ੍ਰਾਫਿਕਸ ਪ੍ਰੋਸੈਸਰ ਯੂਨਿਟ GPU, ਇਹ ਲੈਪਟਾਪ ਦੇ ਅੰਦਰ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ। ਲੈਪਟਾਪ ਦੇ ਵਿੱਚ ਯੂਜ਼ ਜਿਹੜੇ ਗ੍ਰਾਫਿਕਸ ਪ੍ਰੋਸੈਸਰ ਯੂਨਿਟ ਜਿਹੜੇ ਯੂਜ਼ ਹੁੰਦੇ ਆ, ਇਹਦੇ ਨਾਲ ਸਾਡੀ ਪਿਕਚਰ ਦੀ ਕੁਆਲਿਟੀ ਆਉਂਦੀ ਹੈ, ਠੀਕ ਹੈ, ਔਰ ਹਾਈ ਡੈਫੀਨੇਸ਼ਨ ਕੁਆਲਿਟੀ ਆਉਂਦੀ ਹੈ, ਠੀਕ ਹੈ, ਜੇਕਰ ਇਹਨੂੰ ਯੂਜ਼ ਕਰੀਏ ਤੇ, ਠੀਕ ਹੈ। ਸੋ ਲੈਪਟਾਪ ਦੇ ਅੰਦਰ GPU ਯੂਜ਼ ਕਰਦੇ ਹਾਂ, ਜਿਹਦੇ ਵਿੱਚ ਅਸੀਂ 3D ਗ੍ਰਾਫਿਕਸ ਜਾਂ ਅਸੀਂ CAD ਵਗੈਰਾ ਚਲਾ ਰਹੇ ਹਾਂ, ਤੇ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ GPU, ਠੀਕ ਹੈ। ਉਹਦੇ ਬਾਅਦ ਨੈਕਸਟ ਮੈਮੋਰੀ ਹੈ, ਉਹਦਾ ਜਿਹੜਾ ਸਲੋਟ ਹੈ, ਠੀਕ ਹੈ, ਉਹ ਡਿਮ ਸਲੋਟ ਯੂਜ਼ ਕਰਦੇ ਆ ਇਹਦੇ ਵਿੱਚ, ਸੋ ਡਿਮ, ਠੀਕ ਹੈ, ਸਮਾਲ ਆਊਟਲਾਈਨ ਡਿਊਲ ਇਨ ਲਾਈਨ ਮੈਮਰੀ ਮੋਡਿਊਲ ਡਿਮ। ਇਹਦੇ ਵਿੱਚ ਸਾਡੀ ਮੈਮੋਰੀ ਲੱਗਦੀ ਹੈ, ਰੈਮ ਲੱਗਦੀ ਹੈ, ਜਿਹੜੀ ਕਿ 4 ਤੋਂ 8 GB ਹੋ ਸਕਦੀ ਹੈ, ਜਾਂ 16 GB, ਜਾਂ ਇਹਦੇ ਤੋਂ ਵੀ ਵੱਧ ਅੱਜ ਕੱਲ੍ਹ ਲੈਪਟਾਪ ਦੇ ਵਿੱਚ ਆ ਰਹੀ ਹੈ ਮੈਮੋਰੀ, ਠੀਕ ਹੈ। ਉਹਦੇ ਬਾਅਦ ਇੰਟਰਨਲ ਸਟੋਰੇਜ ਜਿਹੜੀ ਹੈ, ਇੰਟਰਨਲ ਸਟੋਰੇਜ ਮਤਲਬ ਹਾਰਡ ਡਿਸਕ ਜਿਹੜੀ ਇਹਦੇ ਵਿੱਚ ਲੱਗਦੀ ਹੈ 2.5 ਇੰਚ ਲੱਗਦੀ ਹੈ, ਜਾਂ 3.5 ਇੰਚ ਲੱਗ ਸਕਦੀ ਹੈ, ਸੋ ਡਿਪੈਂਡ ਕਰਦਾ ਕਿਹੜਾ ਮਾਡਲ ਹੈ, ਠੀਕ ਹੈ। which are smaller version 3.5 inch desktop drive form factor, 2.5 inch hard disk are more compact, ठीक है। 2.5 ਜਿਹੜੀ ਹੈ more compact ਹੈ, ਛੋਟੇ ਲੈਪਟਾਪ ਦੇ ਵਿੱਚ ਯੂਜ਼ ਹੁੰਦੀ ਹੈ, ਤੇ 3.5 ਜਿਹੜੀ ਹੈ 15 ਇੰਚ ਵਾਲੇ ਵੱਡੇ ਲੈਪਟਾਪ 'ਚ ਯੂਜ਼ ਹੁੰਦੀ ਹੈ। ਫਿਰ ਰਿਮੂਵੇਬਲ ਮੀਡੀਆ ਡਰਾਈਵਸ ਜਿਹੜੀਆਂ ਕਿਹੜੀਆਂ ਲੱਗਦੀਆਂ ਇਹਦੇ ਅੰਦਰ, ਰਿਮੂਵੇਬਲ CD-ROM ਤੁਸੀਂ ਲਗਾ ਸਕਦੇ ਹੋ, ਕਈ ਮਾਡਲਸ ਨਾਲ ਦਿੰਦੇ ਆ, ਕਈ ਤੁਸੀਂ ਅਲੱਗ ਤੋਂ ਵੀ ਇਹਦਾ ਹਾਰਡਵੇਅਰ ਖਰੀਦ ਕੇ ਲਗਾ ਸਕਦੇ ਹੋ, ਠੀਕ ਹੈ। DVDs ਲਗਾ ਸਕਦੇ ਹੋ, DVD ਪਲੇਅਰ ਲਗਾ ਸਕਦੇ ਹੋ। ਬਲੂ-ਰੇ ਡਿਸਕ ਜਿਹੜੀ ਹੈ ਇਹ ਪਿਕਚਰਸ ਵਗੈਰਾ ਲਈ, ਹਾਈ ਡੈਫੀਨੇਸ਼ਨ ਪਿਕਚਰ ਦੇਖਣ ਲਈ ਜਿਹੜੀ ਹੈ ਬਹੁਤ ਪ੍ਰੋਫੈਸ਼ਨਲ ਹਾਰਡਵੇਅਰ ਹੈ, ਠੀਕ ਹੈ। ਸੋ ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਰਿਮੂਵੇਬਲ ਮੀਡੀਆ ਡਰਾਈਵਸ। ਫਿਰ ਕੀਬੋਰਡਸ, ਇਨਪੁਟ ਡਿਵਾਈਸਿਸ ਜਿਹੜੀਆਂ ਹੈ, ਕੀਬੋਰਡਸ ਲਗਾ ਸਕਦੇ ਹੋ, ਟੱਚ ਪੈਡ ਲਗਾ ਸਕਦੇ ਹੋ, ਇਹ ਸਾਰੇ ਜਿਹੜੇ ਹੈ ਕੀਬੋਰਡ, ਟੱਚ ਪੈਡ, ਪੁਆਇੰਟਿੰਗ ਸਟਿਕਸ, ਇਹ ਸਾਰੀਆਂ ਲੈਪਟਾਪ ਦੇ ਅੰਦਰ ਲੱਗੀਆਂ ਹੁੰਦੀਆਂ, ਠੀਕ ਹੈ। ਔਰ ਜੇਕਰ ਕੋਈ ਡਿਵਾਈਸ ਨਹੀਂ ਹੈ ਤਾਂ ਉਹਨੂੰ USB ਪੋਰਟ ਦੇ ਨਾਲ ਅਸੀਂ ਲਗਾ ਸਕਦੇ ਹਾਂ। USB ਪੋਰਟ ਜਿਹੜਾ ਯੂਨੀਵਰਸਲ ਸੀਰੀਅਲ ਬੱਸ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਕਿਸੇ ਵੀ ਦੂਸਰੀ ਡਿਵਾਈਸ ਨੂੰ ਅਟੈਚ ਕਰ ਸਕਦੇ ਹੋ, ਠੀਕ ਹੈ। ਇਨਪੁਟ ਆਊਟਪੁੱਟ ਪੋਰਟਸ ਹੁੰਦੇ ਆ ਇਹਦੇ ਅੰਦਰ, ਜਿੱਦਾਂ ਕਿ ਪਹਿਲੇ ਮੈਂ ਦੱਸਿਆ ਸੀ, VGA ਪੋਰਟ, DVI ਪੋਰਟ, HDMI, ਠੀਕ ਹੈ, ਔਰ ਮਿਨੀ ਡਿਸਪਲੇ ਪੋਰਟ। ਇਹ ਸਾਰੇ ਜਿਹੜੇ ਆ ਇਹ ਇੱਦਾਂ ਦੇ ਪੋਰਟਸ ਹੈ ਜਿਹਦੇ ਵਿੱਚ HDMI ਜਿਹੜਾ ਹੈ ਇਹ ਕਿਸੇ ਵੀ ਪ੍ਰੋਜੈਕਟਰ ਨੂੰ ਲਗਾਉਣ ਦੇ ਕੰਮ ਆਉਂਦਾ, ਠੀਕ ਹੈ। VGA ਜਿਹੜਾ ਗ੍ਰਾਫਿਕਸ ਅਡੈਪਟਰ ਹੈ, ਵੀਡੀਓ ਗ੍ਰਾਫਿਕ ਅਡੈਪਟਰ, ਠੀਕ ਹੈ। ਫਿਰ ਹਾਈ ਡੈਫੀਨੇਸ਼ਨ ਮਲਟੀਮੀਡੀਆ ਇੰਟਰਫੇਸ ਹੈ, HDMI ਪੋਰਟ, ਠੀਕ ਹੈ। ਇਟ ਪੋਸੀਬਲ ਟੂ ਕਨੈਕਟ ਅਪ 3 ਐਕਸਟਰਨਲ ਡਿਸਪਲੇ 2014 ਈਰਾ ਲੈਪਟਾਪਸ, ਠੀਕ ਹੈ। ਇਹ ਸਾਰੇ ਇਨਪੁਟ ਆਊਟਪੁੱਟ ਪੋਰਟਸ ਹੈਗੇ ਆ। ਐਕਸਪੈਂਸ਼ਨ ਕਾਰਡ ਮਤਲਬ ਜੇ ਕੋਈ ਅਲੱਗ ਫੰਕਸ਼ਨੈਲਿਟੀ ਦੇਣੀ ਹੈ, ਜਿੱਦਾਂ ਕਿਸੇ ਨੇ ਕਾਫੀ ਵਧੀਆ ਵੀਡੀਓ ਗੇਮਸ ਦੇਖਣੀਆਂ, ਖੇਲਦੀਆਂ, ਤੇ ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ PC ਕਾਰਡ, ਠੀਕ ਹੈ, ਜਾਂ ਵਾਈਫਾਈ ਡਿਵਾਈਸ ਜਾਂ USB ਪੋਰਟ। ਇਹ ਸਾਰੇ ਜਿਹੜੇ ਤੁਸੀਂ PC ਕਾਰਡ ਦੇ ਥਰੂ ਵੀ ਲਗਾ ਸਕਦੇ ਹੋ। ਲਾਸਟ ਬਸ 2 ਪੁਆਇੰਟਸ ਰਹਿ ਗਏ। ਲਾਸਟ ਸਲਾਈਡ ਬੈਟਰੀ ਸਪਲਾਈ, ਹਾਂਜੀ, ਬੈਟਰੀ ਸਪਲਾਈ ਜਿਹੜੀ ਹੈ ਇਹਦੇ ਅੰਦਰ ਤੁਸੀਂ ਬੈਟਰੀ ਜਿਹੜੀ ਲਗਾਉਂਦੇ ਹੋ, ਠੀਕ ਹੈ। ਤੇ ਲਾਸਟ ਕੂਲਿੰਗ ਇਹਦੇ ਅੰਦਰ ਜਿਹੜੀ ਹੈ ਬਹੁਤ ਜ਼ਰੂਰੀ ਹੈ। ਕੂਲਿੰਗ ਦੇ ਲਈ ਫੈਨ ਲੱਗੇ ਹੁੰਦੇ ਆ ਲੈਪਟਾਪ ਦੇ ਅੰਦਰ ਹੀ ਹੁੰਦੇ ਆ ਛੋਟੇ। ਸੋ ਥੈਂਕ ਯੂ, ਲੈਪਟਾਪ ਦਾ ਟੌਪਿਕ ਜਿਹੜਾ ਕੰਪਲੀਟ ਹੁੰਦਾ। ਠੀਕ ਹੈ, ਥੈਂਕ ਯੂ ਸੋ ਮਚ ਸਰ, ਥੈਂਕ ਯੂ। ਹਾਂਜੀ, ਥੈਂਕ ਯੂ।